ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਆਵਤ ਹੁਕਮ ਬਿਨਾਸ ਹੁਕਮ, ਆਗਿਆ ਭਿੰਨ ਨਾ ਕੋਏ। ਆਵਣ ਜਾਣਾ ਤਿਹ ਮਿਟੈ, ਨਾਨਕ ਜੇ ਮਨ ਸੋਏ। ਆਵਤ ਹੁਕਮ ਬਿਨਾਸ ਹੁਕਮ, ਆਗਿਆ ਭਿੰਨ ਨ ਕੋਏ। ਆਵਣ ਜਾਣਾ ਤਿਹ ਮਿਟੈ, ਨਾਨਕ ਜੇ ਮਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਲੜੀਵਾਰ ਕਥਾ ਮੁਤਾਬਕ ਗ੍ਰੰਥ ਸਾਹਿਬ ਜੀ ਦੇ 251 ਅੰਗ ਉੱਪਰ ਛੇਵੀਂ ਪੌੜੀ ਛੇਵਾਂ ਸ਼ਬਦ ਸਰਵਣ ਕੀਤਾ ਹੈ। ਸਲੋਕ ਆਵਤ ਹੁਕਮ ਬਿਨਾਸ ਹੁਕਮ, ਆਗਿਆ ਭਿੰਨ ਨ ਕੋਏ। ਇਹ ਸਤਵਾਂ ਸਲੋਕ ਸਤਵੀਂ ਪੌੜੀ ਹੈ। ਪਿਛਲੇ ਦਿਨੀ ਛੇਵਾਂ ਯਾ ਜੁਗ ਮਹਿ ਏ ਕਹਿ ਕੋ ਆਇਆ, ਜਨਮਤ ਮੋਹਿਓ ਮੋਹਣੀ ਮਾਇਆ ਸਰਵਣ ਕੀਤਾ ਸੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਵਿੱਤਰ ਬਾਣੀ 52 ਅੱਖਰੀ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜੀਵ ਕਿਵੇਂ ਪਰਮੇਸ਼ਰ ਨਾਲ ਮਿਲ ਸਕਦਾ ਹੈ, ਔਰ ਜੇ ਦੁਨੀਆ ਵਿੱਚ ਮਨੁੱਖ ਬਣ ਕੇ ਆਇਆ ਤਾਂ ਕੀ ਕਰਨ ਵਾਸਤੇ ਆਇਆ। ਕੱਲ ਦੱਸ ਰਹੇ ਸੀ ਸਤਿਗੁਰੂ ਯਾ ਯੁੱਗ ਮਹਿ ਏ ਕਹਿ ਕੋ ਆਇਆ। ਇਹ ਸੰਸਾਰ ਵਿੱਚ ਇਹ ਮਨੁੱਖ ਜਾਮੇ ਵਿੱਚ ਇਹ ਜੀਵ ਕਿਉਂ ਆਇਆ ਹੈ? ਉਸ ਇੱਕ ਪਰਮੇਸ਼ਰ ਨੂੰ ਪ੍ਰਾਪਤ ਕਰਨ ਲਈ। ਪਰ ਜੰਮਦਿਆਂ ਹੀ ਉਸ ਪਰਮੇਸ਼ਰ ਨੂੰ ਭੁਲਾਇਆ ਤੇ ਮਾਇਆ ਮੋਹਣੀ ਦੇ ਵਿੱਚ ਉਲਝ ਗਿਆ। ਜਿਸ ਨੇ ਇਸ ਨੂੰ ਬੇਅੰਤ ਦਾਤਾਂ ਦਿੱਤੀਆਂ, ਦੇਵਨਹਾਰ ਮਣੇ ਬਿਸਰਾਨਾ, ਉਸ ਨੂੰ ਭੁਲਾ ਦਿੱਤਾ ਹੈ ਮਨ ਚੋਂ। ਔਰ ਪਾਤਸ਼ਾਹ ਜੀ ਕਹਿੰਦੇ ਕਿੱਥੇ ਇਹ ਪਰਮੇਸ਼ਰ ਦੀ ਯਾਦ ਵਿੱਚ ਮਾਂ ਦੇ ਗਰਭ ਦੇ ਵਿੱਚ ਦਿਨ ਰਾਤ ਯਾਦ ਕਰਦਾ ਸੀ। ਪਰ ਜਦੋਂ ਹੀ ਮਾਤਾ ਦੇ ਉਦਰ ਚੋਂ ਬਾਹਰ ਆਇਆ, ਗਰਭ ਕੁੰਟ ਮੈਂ ਉਰਦ ਤਪ ਕਰਤੇ, ਸਾਥ ਸਾਥ ਸਿਮਰਤ ਪ੍ਰਭ ਰਹਤੇ। ਉੱਥੇ ਸਵਾਸ ਸਵਾਸ ਯਾਦ ਕਰਦਾ ਸੀ। ਪਰ ਜਦ ਜਨਮ ਹੋਇਆ, ਉਰਜ ਪਰੇ ਜੋ ਛੋੜ ਛੁਡਾਣਾ, ਜਿਹੜੀਆਂ ਚੀਜ਼ਾਂ ਨੂੰ ਜਿਹੜੀਆਂ ਵਸਤਾਂ ਨੂੰ ਛੱਡ ਜਾਣਾ ਹੈ, ਮਰਨ ਤੋਂ ਬਾਅਦ ਉਹ ਸਭ ਕੁਝ ਇੱਥੇ ਰਹਿ ਜਾਣਾ। ਹੁਣ ਦੁਬਾਰਾ ਫਿਰ ਉਸੇ ਵਿੱਚ ਹੀ ਉਲਝ ਗਿਆ। ਇਹਨਾਂ ਨੂੰ ਹੀ ਛੱਡ ਕੇ ਪਹਿਲਾਂ ਟੇਢੀਆਂ ਜੂਨਾਂ ਵਿੱਚ ਅਨੇਕਾਂ 'ਚ ਭਟਕਿਆ, ਦੁਬਾਰਾ ਫਿਰ ਜਨਮ ਦਿੱਤਾ। ਪਰਮੇਸ਼ਰ ਨੇ ਕਿਰਪਾ ਕੀਤੀ, ਦੁਬਾਰਾ ਫਿਰ ਇਹ ਉਹਨਾਂ ਵਿੱਚ ਹੀ ਉਲਝ ਗਿਆ ਹੈ। ਦੇਵਨਹਾਰ ਮਨੈ ਬਿਸਰਾਨਾ, ਜੋ ਦੇਣ ਵਾਲਾ ਦਾਤਾ ਹੈ, ਉਸ ਨੂੰ ਮਨ ਕਰਕੇ ਇਸਨੇ ਵਿਸਾਰ ਦਿੱਤਾ ਹੈ, ਭੁੱਲ ਗਿਆ ਹੈ। ਦੇਵਨਹਾਰ ਮਨ ਹੈ ਬਿਸਰਾਨਾ,
ਇਹ ਤਾਂ ਭਾਈ ਜਿਸ ਤੇ ਪਰਮੇਸ਼ਰ ਕਿਰਪਾ ਕਰੇ, ਸਤਿਗੁਰੂ ਕਹਿੰਦੇ ਉਸੇ ਨੂੰ ਯਾਦ ਰਹਿੰਦਾ। ਕਿਸੇ ਵਿਰਲਿਆਂ ਨੂੰ ਵੀ ਯਾਦ ਰਹਿੰਦਾ ਹੈ ਕਿ ਮੈਂ ਲੈਣ ਕੀ ਆਇਆ, ਨਹੀਂ ਤਾਂ ਲਗਭਗ ਜਨਮ ਹੁੰਦਿਆਂ ਹੀ ਜੀਵ ਦੀ ਜਿਹੜੀ ਹੈ ਪਿਛਲੀ ਮੱਤ ਬੰਦ ਹੋ ਜਾਂਦੀ ਆ, ਔਰ ਜੋ ਅੱਗੇ ਦੇਖਦਾ ਉਹਦੇ ਨਾਲ ਜੁੜ ਜਾਂਦਾ। ਧਾਰੋ ਕਿਰਪਾ ਜਿਸੈ ਗੁਸਾਈ, ਇਤ ਉਤ ਨਾਨਕ ਤਿਸ ਬਿਸਰੋ ਨਾਹੀ। ਤਾਂ ਆਪਾਂ ਰੋਜ਼ ਅਰਦਾਸ ਬੇਨਤੀ ਕਰਦੇ ਹਾਂ, ਮਹਾਰਾਜ ਕਿਰਪਾ ਕਰੋ ਮੈਨੂੰ ਕਿਤੇ ਵੀ ਤੁਸੀਂ ਭੁੱਲੋ ਨਾ, ਨਾ ਵਿਸਰੀ ਨਾ ਵਿਸਾਰੀ। ਇਤ ਉਤ ਇੱਥੇ ਤੇ ਉੱਥੇ ਦੋਹਾਂ ਜਹਾਨਾਂ ਦੇ ਵਿੱਚ ਮਹਾਰਾਜ ਮੈਨੂੰ ਤੂੰ ਹਮੇਸ਼ਾ ਯਾਦ ਆਵੇਂ, ਐਸੀ ਕਿਰਪਾ ਕਰਨੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ। ਅਗਲਾ ਸ਼ਬਦ 7ਵਾਂ ਸ਼ਲੋਕ 7ਵੀਂ ਪੌੜੀ ਜੋ 52 ਅੱਖਰੀ ਦੀ ਉਚਾਰਨ ਕੀਤੀ ਹੈ। ਅੱਜ ਦੇ ਸ਼ਬਦਾਂ ਵਿੱਚ ਕੀ ਬਖਸ਼ਿਸ਼ ਕਰਦੇ ਆ, ਆਰੰਭ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਆਵਤ ਹੁਕਮ ਬਿਨਾਸ਼ ਹੁਕਮ। ਇਹ ਜਿਤਨੇ ਵੀ ਅਸੀਂ ਜੀਵ ਹਾਂ ਗੁਰੂ ਪਿਆਰਿਓ, ਪਾਤਸ਼ਾਹ ਲਿਖਦੇ ਹੈ ਕਿ ਸਾਰੇ ਉਸ ਪਰਮੇਸ਼ਰ ਦੇ ਹੁਕਮ ਅੰਦਰ ਹੀ ਆ ਰਹੇ ਹੈ, ਜਾ ਰਹੇ ਹੈ। ਕੋਈ ਜਨਮ ਲੈ ਰਿਹਾ ਹੈ, ਕੋਈ ਮੌਤ ਨੂੰ ਪ੍ਰਾਪਤ ਹੋ ਰਿਹਾ ਹੈ, ਕੋਈ ਮਰ ਰਿਹਾ ਹੈ, ਕੋਈ ਜੰਮ ਰਿਹਾ ਹੈ। ਅਸਲ ਦੇ ਵਿੱਚ ਇਹ ਸਾਰੀ ਖੇਡ ਇੱਕ ਡਾਇਰੈਕਟਰ ਦੀ ਹੈ, ਇੱਕ ਪਰਮੇਸ਼ਰ ਦੀ ਹੈ ਜੋ ਸਾਨੂੰ ਡਾਇਰੈਕਸ਼ਨ ਦਿੰਦਾ, ਮਤਲਬ ਹੁਕਮ ਦਿੰਦਾ ਹੈ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਬਿਗਸੈ ਬੇਪਰਵਾਹੋ। ਆਪਣੇ ਹੁਕਮ ਨਾਲ ਸਾਨੂੰ ਚਲਾਉਂਦਾ ਹੈ, ਚਲਾ ਚਲਾ ਕੇ ਵੇਖਦਾ ਹੈ, ਔਰ ਫਿਰ ਜਿਉਂ ਬੁਲਾਵੇ ਤਿਉਂ ਬੋਲਾ ਸੁਆਮੀ। ਜਿਵੇਂ ਉਹ ਬੁਲਾਉਂਦਾ ਉਵੇਂ ਜੀਵ ਬੋਲਦਾ। ਜੈ ਭੇਜੇ ਤੈ ਜਾਵਾਂ, ਜਿੱਥੇ ਉਹ ਭੇਜ ਦਿੰਦਾ ਇਹ ਜੀਵ ਆਤਮਾ ਨੂੰ ਉੱਥੇ ਹੀ ਜਾਣਾ ਪੈਂਦਾ। ਇਸ ਕਰਕੇ ਅਸੀਂ ਸਾਰੇ ਉਸ ਪਰਮੇਸ਼ਰ ਦੇ ਹੁਕਮ ਅੰਦਰ ਹਾਂ, ਉਸ ਦੇ ਭਾਣੇ ਅੰਦਰ ਹਾਂ, ਉਹਦੀ ਮਰਜ਼ੀ ਅੰਦਰ ਹਾਂ। ਆਵਤ ਹੁਕਮ ਬਿਨਾਸ਼ ਹੁਕਮ। ਸਾਡੀ ਸਮਾਪਤੀ, ਸਾਡੇ ਇਹ ਜੀਵਨ ਦਾ ਜਿਹੜਾ ਅੰਤ ਹੈ ਉਹ ਵੀ ਉਹਦੇ ਹੁਕਮ ਅੰਦਰ ਹੈ। ਹੁਕਮ ਉਹ ਕਰਦਾ, ਜੱਜਮੈਂਟ ਉਹ ਕਰਦਾ, ਫਿਰ ਹੁਕਮ ਦਿੰਦਾ, ਫਿਰ ਉਸੇ ਦੇ ਮੁਤਾਬਕ ਸਾਨੂੰ ਜੀਵਾਂ ਨੂੰ ਰੋਜੀ ਰਿਜ਼ਕ ਮਿਲਦਾ। ਜਿੰਨਾ ਚਿਰ ਸਵਾਸ ਹਨ, ਜਿੰਨਾ ਚਿਰ ਸਮਾਂ ਹੈ, ਉਹਨਾਂ ਚਿਰ ਸਵਾਸ ਵੀ ਮਿਲਦੇ ਹੈ, ਤੇ ਜਦੋਂ ਸਮਾਂ ਸਮਾਪਤ ਹੋ ਜਾਂਦਾ ਫਿਰ ਸਵਾਸ ਵੀ ਬੰਦ ਕਰ ਦਿੰਦਾ। ਔਰ ਇਹ ਜੀਵ ਇਹ ਸਰੀਰ ਨੂੰ ਛੱਡ ਕੇ ਚਲਿਆ ਜਾਂਦਾ। ਹੁਣ ਜਾਂਦਾ ਕਿੱਧਰ ਹੈ? ਪਾਤਸ਼ਾਹ ਜੀ ਕਹਿੰਦੇ ਫਿਰ ਟੇਢੀਆਂ ਜੂਨਾਂ ਵਿੱਚ ਚਲਿਆ ਜਾਂਦਾ, ਫਿਰ ਸੰਸਾਰ ਦੇ ਉਹਨਾਂ ਹੀ ਵਿਸ਼ੇ ਵਿਕਾਰਾਂ ਦੇ ਵਿੱਚ ਭਟਕ ਜਾਂਦਾ, ਔਰ 84 ਲੱਖ ਜੂਨਾਂ ਨੂੰ ਭੋਗਣਾ ਸ਼ੁਰੂ ਕਰ ਦਿੰਦਾ ਹੈ। ਜਿਸ ਤਰ੍ਹਾਂ ਗੁਰੂ ਪਿਆਰਿਓ, ਇੱਕ ਸ਼ਾਹੂਕਾਰ, ਇੱਕ ਸੇਠ ਬਨਾਰਸ ਦੇ ਵਿੱਚ ਰਹਿੰਦਾ ਹੈ, ਤੇ ਕਬੀਰ ਸਾਹਿਬ ਜੀ ਦਾ ਸਮਾਂ ਹੈ। ਉਹਨਾਂ ਨੇ ਕਈ ਵਾਰੀ ਉਹਨਾਂ ਨੂੰ ਬੇਨਤੀ ਕੀਤੀ, ਸੇਠ ਜੀ ਸਤਸੰਗ 'ਚ ਆ ਜਾ ਕਰੋ, ਕਦੇ ਕਦੇ ਰੱਬ ਦੀਆਂ ਦੋ ਗੱਲਾਂ ਸੁਣ ਲਿਆ ਕਰੋ। ਤਾਂ ਪਰ ਸੇਠ ਨੇ ਅੱਗੋਂ ਕਹਿਣਾ, ਨਹੀਂ ਬਾਬਾ ਅਸੀਂ ਵਿਹਲੇ ਨਹੀਂ, ਅਸੀਂ ਕੰਮ ਧੰਦੇ ਵੀ ਕਰਨੇ ਆ। ਤਾਂ ਗੁਰੂ ਪਿਆਰਿਓ, ਕਈ ਵਾਰੀ ਜਦੋਂ ਕਬੀਰ ਜੀ ਨੇ ਉਸ ਬਾਜ਼ਾਰ 'ਚੋਂ ਲੰਘਣਾ, ਉਹਨੂੰ ਬੇਨਤੀ ਕਰਨੀ, ਪਰ ਉਹ ਜ਼ਿੰਦਗੀ ਰਹਿੰਦੀ ਨਾ ਆਇਆ। ਸਾਰੀ ਉਮਰ ਇਹੀ ਸੋਚਦਾ ਰਿਹਾ ਕਿ ਮੇਰੇ ਬਿਨਾਂ ਤਾਂ ਇਹ ਕੰਮ ਹੀ ਨਹੀਂ ਚੱਲਣਾ। ਉਰਜ ਪਰੇ ਜੋ ਛੋੜ ਛਡਾਨਾ, ਦੇਵਨਹਾਰ ਮਨੈ ਬਿਸਰਾਨਾ। ਦਾਤਾਂ ਦੇਣ ਵਾਲੇ ਮਾਲਕ ਨੂੰ ਭੁਲਾ ਦਿੱਤਾ ਹੈ, ਤੇ ਜੋ ਕੱਲ ਨੂੰ ਛੱਡ ਜਾਣਾ ਉਹਦੇ ਵਿੱਚ ਫਿਰ ਉਲਝ ਗਿਆ। ਮੇਰੇ ਪ੍ਰੀਤਮ ਜੀ ਕਹਿੰਦੇ, ਧਾਰੋ ਕਿਰਪਾ ਜਿਸੈ ਗੁਸਾਈ। ਇਹ ਤਾਂ ਜੀਤੇ ਮਾਲਕ ਦੀ ਕਿਰਪਾ ਹੋਵੇ ਉਹੀ ਜੁੜ ਸਕਦਾ, ਕਿਉਂਕਿ
ਉਹਦੀ ਕਿਰਪਾ ਤੋਂ ਬਗੈਰ ਕਹਿੰਦੇ ਪੱਤਾ ਵੀ ਨਹੀਂ ਹਿਲਦਾ। ਕਬੀਰ ਸਾਹਿਬ ਦੀ ਗੱਲ ਨਾ ਮੰਨੀ ਤੇ ਅਖੀਰ ਜ਼ਿੰਦਗੀ ਭੋਗ ਕੇ ਮਰ ਗਿਆ। ਮਰਦਾ ਮਰਦਾ ਫਿਰ ਸੋਚਦਾ ਮੈਂ ਮਰ ਗਿਆ, ਮੇਰੇ ਬੱਚਿਆਂ ਨੂੰ ਸੌਦਾ ਕੌਣ ਲਿਆ ਕੇ ਦਿਓ, ਦੁਕਾਨਦਾਰੀ ਬੰਦ ਹੋ ਜੂ ਮੇਰੇ ਬਿਨਾਂ ਤਾਂ। ਮੈਂ ਤਾਂ ਸੌਦਾ ਲਿਆਉਣਾ ਸੀ, ਇਹੋ ਜਿਹੀ ਹੀ ਸੋਚ ਖਿਆਲ ਬਣਿਆ। ਤੇ ਗੁਰੂ ਪਿਆਰਿਓ, ਪਰਮੇਸ਼ਰ ਨੇ ਫਿਰ ਕੀ ਕੀਤਾ, ਉਹਨਾਂ ਦੇ ਘਰ ਹੀ ਕੋਈ ਗਊ ਸੀ ਦੁੱਧ ਪੀਣ ਵਾਸਤੇ, ਉਸ ਦੇ ਪੇਟੋਂ ਬੱਚਾ ਬਣਾ ਕੇ ਪੈਦਾ ਕਰਤਾ। ਭਾਵ ਬੱਚਾ ਪੈਦਾ ਹੋਇਆ ਉਸ ਗਾਂ ਦੇ। ਉਧਰ ਤੋਂ ਬਾਲ ਬੱਚੇ ਜਵਾਕ ਬੜੇ ਖੁਸ਼ ਹੈ ਕਿ ਅੱਗੇ ਤਾਂ ਸੌਦਾ ਬਾਪੂ ਲਿਆਉਂਦਾ ਸੀ, ਹੁਣ ਇਹ ਬੱਚੇ ਨੂੰ ਆਪਾਂ ਬਲਦ ਬਣਾ ਲਾਂਗੇ, ਫਿਰ ਗੱਡਾ ਬਣਾ ਕੇ ਗੱਡੇ 'ਤੇ ਲਿਆਇਆ ਕਰਾਂਗੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਸੌਦਾ ਹੀ ਬਾਪ ਹੈ ਜਿਹੜਾ ਸੌਦਾ ਢੋਣ ਵਾਸਤੇ ਹੀ ਆਇਆ, ਕਿਉਂਕਿ ਸਾਨੂੰ ਨਹੀਂ ਪਤਾ ਗਾ ਨਾ। ਤਾਂ ਗੁਰੂ ਪਿਆਰਿਓ, ਉਹਨਾਂ ਸੇਠ ਦੇ ਬੱਚਿਆਂ ਨੇ ਗੱਡਾ ਬਣਾਇਆ, ਇਸ ਬੱਚੇ ਨੂੰ ਕਾਮਯਾਬ ਕੀਤਾ, ਖਵਾ ਪਿਆ ਕੇ ਵੱਡਾ ਕੀਤਾ, ਹਾਲੀ ਕੱਢ ਲਿਆ, ਗੱਡੇ ਜੋੜ ਲਿਆ, ਇਸ 'ਤੇ ਸੌਦਾ ਢੋਣ ਲੱਗੇ। ਹੁਣ ਸੌਦਾ ਢਾਉਂਦਾ ਢਾਉਂਦਾ ਦੁਬਾਰੇ ਬਲਦ ਦੀ ਜੂਨ ਵਿੱਚ ਫਿਰ ਬੁੱਢਾ ਹੋ ਗਿਆ ਔਰ ਗੱਡੇ 'ਤੇ ਮਾਲ ਓਵਰਲੋਡ ਪਾ ਦਿੰਦੇ ਆ, ਬਲਦ ਤੋਂ ਖਿੱਚਿਆ ਨਹੀਂ ਜਾਂਦਾ। ਇੱਕ ਦਿਨ ਠਿੱਬੀ ਲੱਗੀ, ਠੇਡਾ ਵੱਜਿਆ ਤੇ ਡਿੱਗ ਪਿਆ ਔਰ ਡਿੱਗਦਿਆਂ ਹੀ ਧੌਣ 'ਤੇ ਜੂਲਾ ਵੱਜਿਆ ਗੱਡੇ ਦਾ ਔਰ ਧੌਣ 'ਚੋਂ ਰੀੜ੍ਹ ਦੀ ਹੱਡੀ ਟੁੱਟ ਗਈ। ਲੋਕਾਂ ਦਾ ਇਕੱਠ ਹੋ ਗਿਆ, ਭੱਜ ਕੇ ਗੱਡਾ ਪਾਸੇ ਕੀਤਾ। ਹੁਣ ਬਲਦ ਨੂੰ ਉਠਾਉਣਾ ਚਾਹੁੰਦੇ ਆ, ਠੇਡੇ ਸੋਟੀਆਂ ਮਾਰਦੇ ਆ, ਪਰ ਨਹੀਂ ਉੱਠਦਾ। ਕੁਦਰਤੀ ਉੱਥੇ ਕਬੀਰ ਸਾਹਿਬ ਜੀ ਵੀ ਆ ਜਾਂਦੇ ਆ। ਇਕੱਠ ਜਾ ਦੇਖ ਕੇ ਕਬੀਰ ਸਾਹਿਬ ਵੀ ਖੜ ਜਾਂਦੇ ਆ, ਕੀ ਹੋ ਗਿਆ ਭਾਈ? ਬਾਬਾ ਜੀ ਆ ਗੱਡਾ ਡਿੱਗ ਪਿਆ, ਬਲਦ ਡਿੱਗ ਪਿਆ, ਇਹਦੇ ਸੱਟ ਵੱਜ ਗਈ, ਲੱਗਦਾ ਉੱਠਿਆ ਨਹੀਂ ਜਾਂਦਾ, ਧੌਣ 'ਤੇ ਦਾਬ ਆ ਗਈ ਆ। ਕਹਿੰਦੇ ਕਬੀਰ ਸਾਹਿਬ ਜੀ ਨੇ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਦੇਖਿਆ ਕਿ ਇਹਦੇ ਅੰਦਰ ਕੌਣ ਹੈ। ਤਾਂ ਕੀ ਵੇਖਦੇ ਆ ਕਿ ਉਹੀ ਸੇਠ ਜਿਹਨੂੰ ਮੈਂ ਰੋਜ਼ ਕਹਿੰਦਾ ਸੀ ਕਿ ਸਤਸੰਗ ਵਿੱਚ ਆ ਜਿਆ ਕਰ, ਪਰ ਉਹ ਕਹਿੰਦਾ ਬਾਬਾ ਅਸੀਂ ਵਿਹਲੇ ਨਹੀਂ, ਤੁਸੀਂ ਤਾਂ ਵਿਹਲੇ ਹੋ। ਸੰਸਾਰੀ ਲੋਕ ਭਗਤਾਂ ਨੂੰ ਵਿਹਲੇ ਸਮਝਦਾ। ਜਦੋਂ ਕੋਈ ਭਗਤ ਲੋਕ ਤਾਂ ਆਪਣਾ ਕੰਮ ਕਰ ਰਹੇ ਹੈ, ਸੰਸਾਰੀ ਉਸ ਕੰਮ ਨੂੰ ਭੁੱਲੇ ਹੋਏ ਆ। ਦੇਵਨਹਾਰ ਤਿਸੈ ਬਿਸ਼ਰਾਨਾ, ਇਹਨਾਂ ਨੂੰ ਦੇਣ ਵਾਲਾ, ਦਾਤਾ ਦੇਣ ਵਾਲਾ ਰੱਬ ਭੁੱਲ ਗਿਆ ਹੈ ਔਰ ਇਸ ਮਾਇਆ ਦੇ ਵਿੱਚ ਉਲਝ ਕੇ ਰਹਿ ਗਿਆ ਬੰਦਾ। ਤੇ ਅਖੀਰ ਕਬੀਰ ਸਾਹਿਬ ਜੀ ਇਕੱਠ ਵਾਲੇ ਉਹ ਚੱਕਰ ਦੇ ਵਿੱਚ ਖੜੇ ਸਭ ਨੂੰ ਕਹਿ ਰਹੇ ਨੇ, ਆਓ ਦੋ ਗੱਲਾਂ ਕਰੀਏ ਇਹਦੇ ਨਾਲ। ਤਾਂ ਗੁਰੂ ਪਿਆਰਿਓ, ਉੱਥੇ ਖੜ ਕੇ ਜਾਂ ਬੈਠ ਕੇ ਭਗਤ ਜੀ ਕਹਿੰਦੇ ਹਨ, ਹੁਣ ਕਿਵੇਂ ਨਾਮ ਜਪੇਗਾ? ਤੈਨੂੰ ਮੈਂ ਉਦੋਂ ਕਹਿਣਾ ਸੀ ਗੁਰੂ ਵਾਲਾ ਬਣ ਜਾ, ਸਤਸੰਗ 'ਚ ਆਇਆ ਕਰ। ਉਹ ਤਾਂ ਕਹਿੰਦਾ ਸੀ ਮੈਂ ਸੌਦਾ ਢੋਣਾ, ਮੈਂ ਵਿਹਲਾ ਨਹੀਂ ਹੈਗਾ, ਸੌਦਾ ਵੀ ਲਿਆਉਣਾ, ਅਸੀਂ ਦੁਕਾਨਦਾਰੀ ਕਰਨੀ ਆ। ਫਿਰ ਹੁਣ ਢੋ ਸੌਦਾ ਢੋਂਦਾ ਕਿਉਂ ਨਹੀਂ ਗਾ? ਹੁਣ ਬਲਦ ਬਣਿਆ ਹੋਇਆ ਤੂੰ। ਰੱਬ ਨੇ ਵੀ ਖੁੱਲ੍ਹਾ ਗੱਫਾ ਦਿੱਤਾ। ਬੰਦੇ ਸਿਰ 'ਤੇ ਤਾਂ 20-50 ਸੇਰ ਹੀ ਸੌਦਾ ਆ ਸਕਦਾ, ਗੱਡੇ 'ਤੇ ਕੁਆਂਟਲਾਂ 'ਚ ਆ ਸਕਦਾ। ਲੈ ਕੁਆਂਟਲਾਂ 'ਚ ਢੋ, ਫਿਰ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਖੁੱਲ੍ਹਾ ਗੱਫਾ ਦੇ ਦਿੱਤਾ ਇਹਨੂੰ ਸੌਦਾ ਢੋਣ ਦਾ ਵੀ। ਤੇ ਪਰ ਹੁਣ ਗੱਡਾ ਖਿੱਚਿਆ ਨਹੀਂ ਜਾਂਦਾ ਤੇ ਡਿੱਗ ਪਿਆ, ਧੌਣ ਟੁੱਟ ਗਈ ਆ, ਉੱਠਿਆ ਵੀ ਨਹੀਂ ਜਾਂਦਾ। ਉੱਥੇ ਕਬੀਰ ਸਾਹਿਬ ਜੀ ਭਾਵੇਂ ਬਲਦ ਨੂੰ ਕਹਿੰਦੇ ਆ, ਪਰ ਕਹਿੰਦੇ ਸਾਨੂੰ ਹੀ ਆ। ਕਹਿੰਦੇ ਬੰਦਿਆ ਉਦੋਂ ਨਾਮ ਜਪੇਗਾ ਜਦੋਂ ਆਹ ਹਾਲਤ ਹੋ ਗਈ ਜਿਹੜੀ ਆ ਬਲਦ ਦੀ ਹੋਈ ਆ। ਕਬੀਰ ਸਾਹਿਬ ਜੀ ਦਾ ਬਚਨ ਹੈ ਗੁਰਬਾਣੀ 'ਚੋਂ ਹੀ, ਚਾਰ ਪੈਰ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਊਠ ਬੈਠ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ। ਸਾਰੋ ਦਿਨ ਸਡੋਲਤ ਵਨ ਮਹੀਆ ਅਜੋ ਨ ਪੇਟ ਅਗਈ ਹੈ। ਹਜੇ ਤੱਕ ਤੇਰਾ ਪੇਟ ਭਰਿਆ ਨਹੀਂ। ਭਾਵ ਪਸ਼ੂ ਹੈ, ਹੁਣ ਉਹਨਾਂ ਦੀ ਕਿੰਨੀ ਖੁਰਾਕ ਹੈ। ਤੇ ਧਰਤੀ 'ਚੋਂ ਘਾਹ ਦੀਆਂ ਤਿੜਾਂ ਪੱਟ ਕੇ ਕਿੰਨਾ ਕੁ ਪੇਟ ਭਰੇਗਾ? ਭੁੱਖੇ ਹੀ ਰਹਿੰਦੇ ਆ।
ਇਸੇ ਤਰ੍ਹਾਂ ਹੀ ਉਸ ਬਲਦ ਨੂੰ ਕਹਿੰਦੇ ਆ ਹੁਣ ਤੈਨੂੰ ਘਰੋਂ ਕੱਢ ਦਿੱਤਾ ਹੈ। ਉਸ ਵੇਲੇ ਵੀ ਟੋਕਰਾ 2 ਟੋਕਰੇ ਤੂੜੀ ਭੁੱਸ ਪਾ ਦਿੰਦੇ ਸੀ। ਕੋ 2 ਕੋ ਭੁੱਸ ਪਈ ਹੈ। ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਜੀਵ ਜਿਹੜਾ ਹੈ ਦੁਨੀਆ ਵਿੱਚ ਭਟਕ ਗਿਆ ਹੈ, ਬਲਦ ਬਣ ਗਿਆ, ਟੇਢੀਆਂ ਜੂਨਾਂ 'ਚ ਪੈ ਗਿਆ। ਸਾਰੋ ਦਿਨ ਸ ਡੋਲਤ ਬਣ ਮਹੀਆ, ਅਜੋ ਨ ਪੇਟ ਕਹੀ ਹੈ। ਜਨ ਭਗਤਨ ਕੋ ਕਹਿਓ ਨ ਮਾਨਿਓ, ਕਿ ਉਹ ਆਪਣੋ ਪਈ ਹੈ। ਆਪਣੀ ਮਨ ਮਰਤ ਵਰਤੀ, ਰੱਬ ਦੇ ਪਿਆਰਿਆਂ ਦੀ ਗੱਲ ਨਹੀਂ ਸੁਣੀ ਤੂੰ, ਤੇ ਹੁਣ ਢੋ ਸੌਦਾ ਢੋਂਦਾ ਕਿਉਂ ਨਹੀਂ ਗਾ, ਹੁਣ ਡਿੱਗਿਆ ਕਿਉਂ ਆ ਫਿਰ। ਪਰ ਇੱਥੇ ਵੀ ਇਸ ਬਲਦ ਦੀ ਜੂਨ ਵਿੱਚ ਉਹ ਸੇਠ ਦਾ ਆਖਰੀ ਸਮਾਂ ਆ ਗਿਆ। ਕਬੀਰ ਸਾਹਿਬ ਨੇ ਅਰਦਾਸ ਬੇਨਤੀ ਕੀਤੀ ਅੱਲਾ ਦੇ ਅੱਗੇ, ਪਰਮੇਸ਼ਰ ਦੇ ਅੱਗੇ, ਕਿ ਮਹਾਰਾਜ ਇਹਦੀ ਜੂਨ ਛੁਡਾ ਦਿਓ। ਤਾਂ ਬਲਦ ਸਰੀਰ ਛੱਡ ਗਿਆ ਗੁਰੂ ਪਿਆਰਿਓ। ਇਸ ਕਰਕੇ ਸਾਡਾ, ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਹਨ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਇਹੋ ਜਿਹੇ ਅਨੇਕਾਂ ਹੀ ਗਰਭਾਂ ਦੇ ਵਿੱਚੋਂ ਮੈਂ ਟੱਪਿਆ, ਆ ਹੁਣ ਮੈਂ ਰਾਮ ਦੇ ਘਰੇ ਜੰਮਿਆ। ਭਾਵ ਗੁਰ ਘਰ ਜਨਮੇ ਗਵਨ ਮਿਟਾਇਆ। ਰਾਮ ਦੇ ਘਰੇ ਜੰਮਣਾ, ਪਰਮੇਸ਼ਰ ਦੇ ਘਰੇ ਜੰਮਣਾ, ਮਤਲਬ ਪਰਮੇਸ਼ਰ ਵਾਲੇ ਬਣ ਜਾਣਾ, ਗੁਰੂ ਵਾਲੇ ਬਣ ਜਾਣਾ। ਗੁਰ ਘਰ ਜਨਮੇ ਗਵਨ ਮਿਟਾਇਆ, ਅਨਹਦ ਰਾਤੇ ਇਹ ਮਨ ਲਾਇਆ। ਜਦੋਂ ਉਸ ਅਨਹਦ ਦੇ ਨਾਲ ਅਸੀਂ ਰੰਗੇ ਗਏ, ਉਹ ਸਿਮਰਨ ਕਰਦੇ ਕਰਦੇ ਅਨਹਦ ਸ਼ਬਦ ਜੋ ਸਾਡੇ ਅੰਦਰ ਵੱਜ ਰਿਹਾ ਉਹਦੇ ਨਾਲ ਜੁੜ ਗਏ। ਜਦੋਂ ਇਹ ਮਨ ਉੱਥੇ ਲਾ ਲਿਆ, ਫਿਰ ਸੰਸਾਰ ਦੀਆਂ ਚਿੰਤਾਵਾਂ, ਟੈਨਸ਼ਨਾਂ ਵੀ ਖਤਮ ਹੋ ਜਾਂਦੀਆਂ। ਇਸ ਤਰ੍ਹਾਂ ਗੁਰੂ ਪਿਆਰਿਓ, ਉਸ ਬਲਦ ਵਿੱਚ ਪਏ ਹੋਏ ਸੇਠ ਨੂੰ ਉਹ ਜੂਨ ਚੋਂ ਕੱਢਿਆ। ਇਹ ਝੂਠ ਨਹੀਂ ਹੈ, ਸੱਤ ਹੈ। ਜਿਵੇਂ ਸਤਿਗੁਰਾਂ ਦਾ ਸਿੱਖ ਹੈ ਭਾਈ ਕੀਰਤੀਆ, 10ਵੇਂ ਪਾਤਸ਼ਾਹ ਜੀ ਦਾ ਚੌਰ ਬਰਦਾਰ ਹੈ, ਚੌਰ ਸਾਹਿਬ ਕਰ ਰਿਹਾ ਹੈ। ਉੱਥੇ ਕਰਿਛ ਵਾਲਾ ਖੇੜਾ ਵਿਖਾਉਣ ਵਾਸਤੇ ਆ ਗਿਆ। ਭਾਈ ਕੀਰਤੀਆ ਬੜਾ ਹੱਸਦਾ, ਉਹਦੀ ਖੇਡਾਂ ਦੇਖ ਦੇਖ ਕੇ ਹੋਰ ਵੀ ਹੱਸਦੇ ਆ। ਪਾਤਸ਼ਾਹ ਕਹਿੰਦੇ ਬੜਾ ਹੱਸਦਾ ਕੀਰਤੀਆ। ਕਹਿੰਦੇ ਜੀ ਕਿੰਨੇ ਸੋਹਣੇ ਖੇਡਾਂ ਕਰਦਾ। ਕਹਿੰਦੇ ਤੈਨੂੰ ਪਤਾ ਹੈ ਕੌਣ? ਕਹਿੰਦਾ ਜੀ ਮੈਨੂੰ ਤਾਂ ਕੀ ਪਤਾ ਹੈ। ਕਹਿੰਦੇ ਕੀਰਤੀਆ ਇਹ ਤੇਰਾ ਬਾਪ ਹੀ ਆ। ਕਹੋ ਸਤ ਹੈ ਮਹਾਰਾਜ, ਮੇਰਾ ਬਾਪ? ਤੁਹਾਡੀ ਸੇਵਾ ਕਰਕੇ ਆਹ ਫਲ ਮਿਲਣਾ ਸੀ, ਮੇਰਾ ਬਾਪ ਇਸ ਰਿਛ ਦੀ ਜੂਨ 'ਚ ਪੈ ਗਿਆ। ਕਹਿੰਦੇ ਤਾਂ ਫਿਰ ਕਰਨੀ ਦੇ ਫਲ ਹੈ ਨਾ ਸਿੱਖਾ। ਸਤਿਗੁਰ ਸਾਚਾ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਜੇ ਅਸੀਂ ਗਲਤੀਆਂ ਕਰਾਂਗੇ ਫਿਰ ਗੁਰੂ ਕੀ ਕਰੇ, ਸਾਡੀ ਗਲਤੀ ਦਾ ਫਲ ਸਾਨੂੰ ਭੋਗਣਾ ਪੈਣਾ। ਇਸ ਕਰਕੇ ਇਹ ਰਿਛ ਦੀ ਜੂਨ ਵਿੱਚ ਤੇਰਾ ਬਾਪ ਹੀ ਆ। ਉਹ ਕਹਿਣ ਲੱਗਿਆ ਜੀ ਇੱਥੇ ਕਿਉਂ ਆਇਆ? ਕਹਿੰਦੇ ਉਹ ਵੀ ਦੱਸਾਂਗੇ। ਮਹਾਰਾਜ ਦੀ ਮੁਕਤੀ ਕਰੋ। ਰਿਛ ਵਾਲ ਨੂੰ ਕਹਿੰਦੇ ਵੀ ਰਿਛ ਸਾਨੂੰ ਦੇ ਜਾ, ਤੈਨੂੰ ਜਿੰਨੇ ਪੈਸੇ ਚਾਹੀਦੇ ਆ ਪੈਸੇ ਲੈ ਜਾ। ਕਹਿੰਦਾ ਜੀ ਮੇਰਾ ਤਾਂ ਰੋਜੀ ਰਿਜਕ ਹੈ ਰਿਛ, ਇਹਦਾ ਖੇੜਾ ਦਿਖਾ ਕੇ 20-50-100 ਰੁਪਈਆ ਲੈ ਜਾਂਦਾ ਘਰ ਨੂੰ। ਪਾਤਸ਼ਾਹ ਕਹਿੰਦੇ ਫਿਰ ਇਹ ਰਿਛ ਹੁਣ ਸਾਨੂੰ ਦੇ ਜਾ, ਇਹ ਸਾਡਾ ਸਿੱਖ ਹੈ, ਅਸੀਂ ਇਸ ਨੂੰ ਇਹ ਜੂਨ ਚੋਂ ਕੱਢਣਾ। ਉਸ ਵੇਲੇ ਫਿਰ ਪਾਤਸ਼ਾਹ ਜੀ ਨੇ ਉਸ ਨੂੰ ਬਹੁਤ ਸਾਰੀ ਮਾਇਆ ਦੇ ਕੇ ਨਿਹਾਲ ਕੀਤਾ ਰਿਛ ਵਾਲੇ ਨੂੰ, ਔਰ ਰਿਛ ਨੂੰ ਆਪਣੇ ਹੱਥੋਂ ਪ੍ਰਸ਼ਾਦ ਛਕਾਇਆ ਹੀ ਜਦੋਂ, ਤੇ ਰਿਛ ਜਿਹੜਾ ਸੀ ਸਰੀਰ ਛੱਡ ਗਿਆ। ਤੇ ਜਦੋਂ ਹੀ ਇਹ ਰਿਛ ਮਰ ਗਿਆ ਤੇ ਉਸ ਦੇ ਵਿੱਚੋਂ ਰੂਹ ਨਿਕਲੀ ਸਾਹਮਣੇ ਖੜੀ। ਹਾਂ ਬਈ ਤੂੰ ਇਹ ਜੂਨ ਵਿੱਚ ਕਿਉਂ ਪਿਆ? ਰਿਛ ਦੀ ਜੂਨ 'ਚ। ਕਹਿੰਦਾ ਜੀ ਮੇਰੀ ਡਿਊਟੀ ਲੰਗਰੀ ਦੀ ਸੀ, ਲੰਗਰ ਵਰਤਾਉਣ ਦੀ, ਪ੍ਰਸ਼ਾਦ ਵਰਤਾਉਣ ਦੀ। ਇੱਕ ਦਿਨ ਮੈਂ ਪ੍ਰਸ਼ਾਦਾ ਵਰਤਾ ਰਿਹਾ ਸੀ, ਪ੍ਰਸ਼ਾਦ ਵਰਤਾ ਰਿਹਾ ਸੀਗਾ, ਸੰਗਤਾਂ ਲੈ ਰਹੀਆਂ ਸੀ ਬੈਠੀਆਂ। ਇੱਕ ਬੰਦਾ ਖੜਾ ਕਹਿੰਦਾ ਮੈਨੂੰ ਛੇਤੀ ਦੇ ਦੇ, ਮੈਨੂੰ ਕਾਹਲੀ ਹੈ। ਮੈਂ ਉਹਨੂੰ ਪ੍ਰਸ਼ਾਦ ਨਾ ਦਿੱਤਾ ਤਾਂ ਕੀ ਹੋਇਆ? ਮੈਂ ਉਹਨੂੰ ਬਾਰ-ਬਾਰ ਕਿਹਾ ਕਿਉਂ ਰਿਛ ਵਾਂਗੂ ਟੱਪੀ ਜਾਂਦਾ, ਬੈਠ ਕੇ ਲੈ ਲਾ, ਪਰ ਉਹ ਬੈਠਿਆ ਨਾ। ਉਹਨੇ ਬਹਿ ਕੇ ਪ੍ਰਸ਼ਾਦ ਨਾ ਲਿਆ, ਮੈਂ ਦਿੱਤਾ ਨਹੀਂ ਗਾ। ਜਦ ਮੈਂ ਉਹਨੂੰ ਕਿਹਾ ਕਿ ਉਹ ਰਿਛ ਵਾਂਗੂ ਟੱਪੀ ਜਾਣਾ, ਉਹ ਥੱਲਿਓ ਪ੍ਰਸ਼ਾਦ ਦਾ ਕਿਣਕਾ ਚੱਕ ਕੇ ਖਾ ਗਿਆ। ਕਹਿੰਦਾ ਰਿਛ ਹੋਏਗਾ ਤੂੰ, ਮੈਨੂੰ ਤਾਂ ਪ੍ਰਸ਼ਾਦ ਮਿਲ ਗਿਆ। ਉਹਨੇ ਰਿਛ ਤਾਂ ਕਿਹਾ ਸੀ ਕਿਉਂਕਿ ਦਾੜੇ ਵਿੱਚ, ਚਿਹਰੇ ਉੱਪਰ, ਕੱਪੜਿਆਂ ਉੱਪਰ ਗਰਦਾ ਬਹੁਤ ਪਿਆ ਵਾ ਸੀ।
पर ये भी अक्सर कोई नाम जपण वाली रूह सी गड्डियां वाला। ये गड्ढे जा रहे सी दिल्ली लाहौर वाले रस्ते ते आनंदपुर साहब के अगों दी, तो इनू काली सी भज के गड्ढियां नाल रलन दी। इहदी भी मजबूरी सी, पर उसने भी अपनी जिद ना छड्डी। ते अखीर वो जांदा जांदा कहेंगे आपां नूं तां प्रसाद मिल गया, रिछ बनेगा तू। मर उदे दा मैं रिछ बनिया होया, अज तुहाडी किरपा नाल मेरा उधार होया। तो फिर वो रूह जिहड़ी है सचखंड विराज गई, परमेश्वर के चरणों में चली गई। खैर, आवत हुक्म विनाश हुक्म, आज्ञा भिन्न न कोय। आवन जाना तिह मिटै, जे नानक जेह मन सोए। जिन्हां दे हिरदे विच मालक की आवाज़ वस गई, मालक वस गया। सोए हुंदा शब्द, आवाज़ जो गुरु के मुख चों निकली। जदों गुरु के मुख चों बचन सुनते हैं, जिमें रामानंद कोलों कबीर साहब ने सुनिया, भावें कि पता ही सी कि पंडित लोग राम राम हरे रामा हरे कृष्ण आदि जपदे आ, पर सानू वो शब्द प्राप्त करने वास्ते गुरु कोलों सुनना पैना। पहला जब गुरु कृपा करता, वो शब्द की आवाज़ करता है, तो वो आवाज़ साडे कंन विच पैंदी आ, फिर साडी मुक्ति हुंदी आ। जे को गुरते बेमुख होवे, बिन सतगुर मुक्त न पावे। पावे मुक्त ना होरथ है कोई, जिथे मर्जी भज ले। जिमें खरगोश की जून विच पिया होया मूला खतरी, किन्ना चिर गुरु प्यारो भटकदा रहा। ये जिहड़ा है जीवन नहीं छुटदा, जान नहीं छुटदी, जिन्ना चिर गुरु इहदे कंन विच शब्द नहीं पाउंदा। भाई महा सिंह जी की भी यही हालत सी। जे को गुरते बेमुख होवे, बिन सतगुर मुक्त न पावे। पावे मुक्त न होरथ है कोई, पुछो बवेकिया जाए। अनेक जूनी भरमे आवे, बिन सतगुर मुक्त न पाए। फिर मुक्त पाए लाग चरनी कदों, जदों सतगुर शब्द सुनाए। को सतनाम। फिर मुक्त पाए लाग चरनी, सतगुर शब्द सुनाए। कहे नानक विचार देखो, बिन सतगुर मुक्त न पाए। तो ये गल चंगी तरह समझ लो कि गुरु तो बगैर मुक्ति नहीं होनी। तुरे फिरो फिर जिन्ना चਿਰ गुरु वाले नहीं बनते, पातशाह कहने भावें एक दो वारी की, भावें दिन विच दी 100 वारी मत्था टेक ला। जिन्ना चਿਰ तू गुरु वाला नहीं बनता, गुरु नूं गल नहीं लैंदा, गुरु दे कोलों प्राप्त नहीं करता, गुरमत अनुसार गुरु वाले बनना, साबत सूरत होना, केस दाड़ा रखना और 5 ककारी होना, 5 प्यारियां तो वाहिगुरु मंत्र की आवाज़ सरवण करनी। जदों अमृत छका के गुरु के जहाजे चढ़ा देंदे आ 5 प्यारे, तो फिर अखीर ते नाम दृढ़ कराउंदे है, जिहदे विच 5-5 वारी मूल मंत्र दे जाप, ते इस तरह 5-5 वारी गुरमंत्र दे जाप कराउंदे आ। हुक्म दिंदे आ कि जरूरी है जाप करना, सिमरन करना। जो पढ़िया लिखिया वो नितनेम करे, बाणी पढ़े, 5 बाणियां का जाप करे। समा होवे तो होर पढ़े, कोई बंदिश नहीं है। इस करके ये जीव का उधार तां हुंदा है जे मालक का शब्द इहदे कंन विच पै जावे। ध्यान दिओ। प्रीतम जी कहते आवत हुक्म विनाश हुक्म, आग्या भिन्न न कोय। सारे उहदे हुक्म अंदर ही आपां चल रहे हैं। आवन जाना तिह मिटै, नानक जेह मन सोए। जिन्हां दे मन विच, जिन्हां दे हिरदे दे विच उस परिपूर्ण प्रेत परमेश्वर परमात्मा का वासा हो गया। पातशाह जी कहते ओह ही उस परमेश्वर दे विच मिल के अपना जमना मरना खत्म कर लैंदे हन। नहीं तो ये संसार जिहड़ा है इस तरह ही जमदा मरदा इस चक्कर च पिया रहिंदा। और फिर जिहड़ी जून विच बंदा चलिया जांदा है जीव, इनू ओ जून ही चंगी लगन जांदी है, मुड़ के छड्डण नूं जी नहीं करदा। अगला बचन है पौड़ी एओ जी बहुत गर्भ वासे। ये जीव आत्मा कई पेटां विचों, गर्भ हुंदा पेट, भाव कई जूनां विचों इस तरह आउणा होया।
ਕਈ ਜੂਨਾਂ ਇਸ ਨੇ ਅਨੇਕਾਂ ਗਰਭਾਂ ਦੇ ਵਿੱਚੋਂ ਲੰਘਿਆ। ਜਿਵੇਂ ਇਸ ਨੂੰ ਹੋਰ ਕਲੀਅਰ ਕਰੀਏ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਲ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲੇ ਦੇ ਸੰਜਰੀਆ। ਤੋ ਕਈ ਲੱਖਾਂ ਜੂਨਾਂ ਇਹਨੇ ਜਲ ਜੰਤੂਆਂ ਦੀਆਂ ਕੱਟੀਆਂ, ਆਕਾਸ਼ਾਂ ਦੇ ਪੰਛੀਆਂ ਦੀਆਂ ਕੱਟੀਆਂ ਔਰ ਜਲ ਥਲ ਦੀਆਂ ਕੱਟੀਆਂ। ਬਲਦ ਹਾਥੀ ਘੋੜੇ ਵੀ ਆਦਿ ਬਣਿਆ। ਇਸ ਤਰ੍ਹਾਂ ਇਹਨਾਂ ਟੇਢੀਆਂ ਜੂਨਾਂ ਚੋਂ ਭਟਕਦੇ ਤੇ ਪਾਤਸ਼ਾਹ ਨੂੰ ਦਇਆ ਆਈ ਕਿ ਚਲੋ ਹੁਣ ਇਸ ਨੂੰ ਮਨੁੱਖ ਬਣਾ ਦਈਏ, ਬਥੇਰਾ ਭਟਕ ਲਿਆ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਜਿਨ੍ਹਾਂ ਨੂੰ ਸਮਝ ਆ ਗਈ ਆ, ਗੁਰੂ ਸਾਹਿਬ ਨੂੰ ਸਮਝ ਆ ਗਈ ਆ, ਤੇ ਉਹ ਪਰਮੇਸ਼ਰ ਅੱਗੇ ਬੇਨਤੀ ਕੀ ਕਰਦੇ ਆ ਔਰ ਸਾਨੂੰ ਕਰਨੀ ਸਿਖਾਉਂਦੇ ਆ। ਕੀ ਕਹਿੰਦੇ ਆ ਪਾਤਸ਼ਾਹ ਕਿ ਇਹਨਾਂ ਟੇਢੀਆਂ ਜੂਨਾਂ ਚੋਂ ਕੱਢਣ ਵਾਸਤੇ ਪਰਮੇਸ਼ਰ ਤੋਂ ਕਿਰਪਾ ਕੀਤੀ, ਮੈਨੂੰ ਮਨੁੱਖ ਬਣਾਇਆ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ, ਦੇਹੋ ਦਰਸ ਹਰ ਰਾਇਆ। ਤੁਹਾਡੀ ਕਿਰਪਾ ਨਾਲ ਮਨੁੱਖ ਜਾਮਾ ਮਿਲਿਆ, ਹੁਣ ਦਰਸ ਵੀ ਦੇ ਦਿਓ। ਤਾਂ ਪਾਤਸ਼ਾਹ ਜੀ ਇੱਕ ਹੋਰ ਬਚਨ ਕਰਦੇ ਆ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀ ਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਪਰਮੇਸ਼ਰ ਨੇ ਕਿਰਪਾ ਕਰਕੇ ਆਪਾਂ ਨੂੰ ਬੰਦੇ ਬਣਾਇਆ ਔਰ ਫਿਰ ਅਗਲੀ ਕਿਰਪਾ ਕਰਕੇ ਆਪਾਂ ਨੂੰ ਗੁਰੂ ਕੋਲ ਲੈ ਆਂਦਾ। ਹੁਣ ਅੱਧੋਂ ਅਗਲੀ ਕਿਰਪਾ ਗੁਰੂ ਨੇ ਕਰਨੀ ਹੈ, ਸਾਨੂੰ ਪਰਮੇਸ਼ਰ ਦਾ ਨਾਮ ਦੱਸਣਾ ਹੈ। ਵੀ ਜਿਹੜੇ ਘਰ ਦਾ ਤੂੰ ਵਾਸੀ ਆ ਉਸ ਘਰੇ ਵਾਪਸ ਜਾਣਾ। ਪਹਿਲੀ ਗੱਲ ਤੇ ਜਾਵੇਂਗਾ ਕਿਵੇਂ, ਇਹ ਵੀ ਤੈਨੂੰ ਦੱਸਦਾ। ਇਹ ਗੁਰੂ ਸਾਹਿਬ ਕਿਵੇਂ ਦੱਸਦੇ ਅੱਗੇ। ਪਾਤਸ਼ਾਹ ਜੀ ਕਹਿੰਦੇ, ਏਓ ਜੀ ਬਹੁਤ ਗਰਭ ਵਾਸੇ, ਮੋਹ ਮਗਨ ਮੀਠ ਜੋਨ ਫਾਸੇ। ਔਰ ਲੰਬੇ ਸਮੇਂ ਤੋਂ ਇਹਨਾਂ ਟੇਢੀਆਂ ਜੂਨਾਂ ਚ ਆ ਰਿਹਾ, ਤੇ ਜਿਹੜੀ ਜੂਨ ਵਿੱਚ ਆ ਜਾਂਦਾ ਉਹੀ ਜੂਨ ਇਹਨੂੰ ਚੰਗੀ ਲੱਗਦੀ ਹੈ। ਕੋਈ ਜ਼ਰੂਰੀ ਨਹੀਂ, ਜਿਵੇਂ ਇੱਕ ਦੇਸ਼ ਦੇ ਲੋਕਾਂ ਦਾ ਕੀ ਖਿਆਲ ਸੀ, ਜਿੱਥੇ ਬਾਬਾ ਨਾਨਕ ਜੀ ਜਾਂਦੇ ਆ, ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਵੀ ਨੇੜੇ ਆ ਰਹੇ ਆ, ਪ੍ਰਭਾਤ ਫੇਰੀਆਂ ਚੱਲ ਰਹੀਆਂ। ਉਸ ਪਿੰਡ ਦੇ ਲੋਕ ਜਿਹੜੇ ਸਨ ਬੜਾ ਜਸ਼ਨ ਮਨਾ ਰਹੇ ਸੀ, ਖੁਸ਼ੀਆਂ ਮਨਾ ਰਹੇ ਸੀ। ਭਾਈ ਮਰਦਾਨਾ ਸਤਿਗੁਰੂ ਪਾਤਸ਼ਾਹ ਜੀ ਆਪਣੇ ਸਾਥੀਆਂ ਸਮੇਤ ਉਸ ਪਿੰਡ ਪਹੁੰਚ ਗਏ। ਉਹ ਪਿੰਡ ਵਣਜਾਰਿਆਂ ਦਾ ਪਿੰਡ ਸੀ। ਮਰਦਾਨਾ ਕਹਿੰਦਾ ਜੀ ਬੜੇ ਨੱਚ ਟੱਪ ਰਹੇ ਆ, ਕੀ ਖੁਸ਼ੀਆਂ ਮਨਾ ਰਹੇ ਆ? ਕਹਿੰਦੇ ਪੁੱਛ ਕੇ ਆ। ਪੁੱਛਿਆ ਤਾਂ ਪਤਾ ਲੱਗਿਆ ਕਿ ਸਾਡੇ ਮੁਖੀਏ ਦੇ, ਸਾਡੇ ਪਿੰਡ ਦਾ ਮੋਹਤਵਾਰ ਬੰਦਾ ਜਿਹੜਾ, ਉਹਦੇ ਘਰੇ ਲੰਬੇ ਸਮੇਂ ਤੋਂ ਬੱਚਾ ਨਹੀਂ ਸੀ ਹੋਇਆ, ਤੇ ਉਹ ਬੱਚਾ ਜਿਹੜਾ ਹੈ ਉਹ ਹੁਣ ਪੈਦਾ ਹੋਇਆ, ਇਸ ਕਰਕੇ ਅਸੀਂ ਖੁਸ਼ੀ ਮਨਾ ਰਹੇ ਹਾਂ। ਖੁਸ਼ੀਆਂ ਵਿੱਚ ਤਾਂ ਮਸਤ ਹੈ, ਪਰ ਬੰਦੇ ਨੂੰ ਉਹਨਾਂ ਖੁਸ਼ੀਆਂ ਦੇ ਵਿੱਚ ਰੱਬ ਭੁੱਲ ਜਾਂਦਾ ਹੈ। ਸਾਹਮਣੇ ਨੇੜੇ ਹੀ ਰੱਬ ਦੇ ਪਿਆਰੇ ਸਾਧੂ ਬੈਠੇ ਆ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਪੁੱਛਣਾ ਵੀ ਭੁੱਲ ਜਾਂਦਾ ਬੰਦਾ, ਇਹ ਇੰਨਾ ਖੁਸ਼ੀ ਵਿੱਚ ਮਸਤ ਹੁੰਦਾ। ਮਰਦਾਨਾ ਕਹਿੰਦਾ ਜੀ ਇੰਨਾ ਜਲ ਪਾਣੀ ਛਕ ਰਹੇ ਆ ਤੇ ਆਪਾਂ ਨੂੰ ਪੁੱਛਿਆ ਹੀ ਨਹੀਂ। ਕਹਿੰਦੇ ਆਹੋ ਮਰਦਾਨੇ ਆ, ਬੱਚੇ ਦੇ ਮੋਹ ਵਿੱਚ ਹੀ ਫਸੇ ਹੋਏ ਆ। ਪ੍ਰੀਤਮ ਜੀ ਦਾ ਬਚਨ ਸੀ, ਮੋਹ ਮਗਨ ਮੀਠ ਜੋਨ ਫਾਸੇ। ਮੋਹ ਮਾਇਆ ਵਿੱਚ ਮਗਨ ਹੋਇਆ, ਮਿੱਠੀਆਂ ਲੱਗਣ ਵਾਲੀਆਂ ਜੂਨਾਂ ਦੇ ਵਿੱਚ ਹੀ ਫਸ ਗਿਆ। ਭਾਵ ਕੋਈ ਵੀ ਜੂਨ ਹੈ, ਜਿਹੜੇ ਵੀ ਜਾਨਵਰ ਨੂੰ ਤੁਸੀਂ ਮਾਰਨ ਦੀ ਕੋਸ਼ਿਸ਼ ਕਰੋਗੇ, ਉਹ ਜਾਨਵਰ ਤੜਫੂਗਾ, ਜਾਨ ਛਡਾਉਣੀ ਚਾਹੂਗਾ ਕਿ ਮੈਨੂੰ ਮਾਰਨਾ। ਉਹਨੂੰ ਉਹੀ ਜੂਨ ਚੰਗੀ ਲੱਗਦੀ ਹੈ। ਇਸ ਕਰਕੇ ਬੰਦਾ ਜਿਹੜੀ ਜੂਨ ਵਿੱਚ ਇਹ ਜੀਵ ਚਲਿਆ ਗਿਆ, ਉੱਥੇ ਇਹਨੂੰ ਐਂ ਲੱਗਦਾ ਕਿ ਮੈਨੂੰ ਇਹੀ ਸਰੀਰ ਵਧੀਆ, ਪਰ ਛੱਡਣੇ ਸਾਰੇ ਪੈਂਦੇ ਆ। ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਹੀ ਮਨੁੱਖ ਖਚਤ ਹੋ ਗਿਆ ਟੇਢੀਆਂ ਜੂਨਾਂ ਵਿੱਚ। ਜਿਵੇਂ ਇੱਕ ਸੇਠ ਆਪਣੇ ਬੱਚਿਆਂ ਨੂੰ ਕਹਿੰਦਾ ਮੈਂ ਮਰਨ ਤੋਂ ਬਾਅਦ ਜਿਹੜਾ ਹੈ ਸੂਰ ਦੀ ਜੂਨ ਵਿੱਚ ਜਾਊਂਗਾ, ਮੈਨੂੰ ਪਤਾ ਲੱਗਿਆ। ਕਹਿੰਦੇ ਜਦੋਂ ਮੈਂ ਮਰ ਗਿਆ ਮੈਂ ਸੂਰ ਦੀ ਜੂਨ ਚ ਪਊਂਗਾ, ਮੇਰੀ ਨਿਸ਼ਾਨੀ ਹੋਵੇਗੀ, ਮੇਰੇ ਬੱਖੀ ਤੇ ਚਿੱਟੇ ਰੰਗ ਦਾ ਦਾਗ ਹੋਵੇਗਾ, ਚਿੱਟੇ ਰੰਗ ਦਾ ਡੱਬ ਹੋਵੇਗਾ।
ਅਸੀਂ ਸੂਰ ਦੀ ਜੂਨ ਵਿੱਚ 8 ਭੈਣ ਭਰਾ ਹੋਵਾਂਗੇ ਤੇ ਜਦੋਂ ਮੈਂ ਜੰਮ ਪਿਆ ਤੁਸੀਂ ਮੈਨੂੰ ਮਾਰ ਦਿਓ। ਮੇਰੀ ਸੂਰ ਦੀ ਜੂਨੀ ਛੁੱਟ ਜਾਵੇਗੀ ਤੇ ਮੈਂ ਸੱਚਖੰਡ ਚਲਿਆ ਜਾਵਾਂਗਾ। ਪਰ ਯਾਦ ਰੱਖਿਓ, ਕੇਵਲ ਮਰਨ ਦੇ ਨਾਲ ਬੰਦਾ ਪਰਮੇਸ਼ਰ ਵਿੱਚ ਨਹੀਂ ਮਿਲਦਾਗਾ। ਮਰਨਾ ਵੀ ਸਿੱਖਣਾ ਪੈਣਾ ਕਿ ਮਰਨਾ ਕਿਵੇਂ ਆ। ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨ ਜਾਣਿਆ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਨਹੀਂ ਤਾਂ ਇਉਂ ਵੀ ਲਿਖਦੇ ਆ, ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ। ਜੇਕਰ ਸਹਿ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਮਾਲਕ ਯਾਦ ਆਵੇ ਮਰਨ ਵੇਲੇ ਤੇ ਮਰਨਾ ਵੀ ਸਾਡਾ ਸਫਲ ਹੈ। ਮਰਨਾ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰੈ ਪ੍ਰਵਾਨੋ। ਮਰਨਾ ਤਾਂ ਹੈ ਹੀ, ਪਰ ਗੁਰੂ ਦੇ ਦਰ ਤੇ ਪ੍ਰਵਾਨ ਹੋ ਕੇ ਮਰੀਏ ਤੇ ਉਹਦਾ ਸਾਨੂੰ ਪ੍ਰੋਫਿਟ ਹੈ, ਫਾਇਦਾ ਹੈ। ਤੇ ਗੁਰੂ ਪਿਆਰਿਓ ਕਹਿੰਦੇ ਬੱਚਿਆਂ ਨੇ ਖਿਆਲ ਰੱਖਿਆ, ਨੇੜੇ ਸੂਰਾਂ ਵਾਲਿਆਂ ਨੇ ਘਰੇ ਇਹ ਜਿੱਥੇ ਦੱਸਿਆ ਸੀ ਉੱਥੇ ਪੈਦਾ ਹੋ ਗਿਆ। ਜਦੋਂ ਬੱਚੇ ਉਹ ਸੂਰ ਦੇ ਬੱਚੇ ਨੂੰ, ਉਹ ਸੇਠ ਦੇ ਬੱਚੇ ਮਾਰਨ ਲੱਗੇ, ਕਹਿੰਦਾ ਨਾ ਨਾ ਮੈਨੂੰ ਮਾਰਿਓ ਨਾ, ਹੁਣ ਮੈਂ ਇੱਥੇ ਠੀਕ ਹਾਂ। ਕਹੋ ਸਤਨਾਮ, ਹੁਣ ਮੈਨੂੰ ਇਹੋ ਜੂਨ ਠੀਕ ਆ। ਚਿੜੀ ਜਨੌਰ ਪਸ਼ੂ ਪੰਛੀ ਜਿਸ ਨੂੰ ਵੀ ਆਪਾਂ ਮਾਰਨਾ ਚਾਹੀਏ, ਜਦ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਕਹਿੰਦਾ ਨਾ ਜਾਨ ਮੇਰੀ ਜਾਨ ਨਿਕਲ ਜੂ, ਮੈਂ ਇੱਥੇ ਠੀਕ ਹਾਂ। ਭਾਵ ਬੰਦਾ ਇਹਨਾਂ ਟੇਡੀਆਂ ਜੂਨਾਂ ਵਿੱਚ ਹੀ ਮਸਤ ਹੋ ਗਿਆ। ਇਸ ਕਰਕੇ ਏਓ ਜੀ ਬਹੁਤ ਗਰ ਬਾਸੇ, ਮੋਹ ਮਗਨ ਮੀਠ ਜੋਨ ਫਾਸੇ। ਜਿਹੜੀ ਮਰਜੀ ਜੂਨ ਦੇ ਵਿੱਚ ਜੀਵ ਹੋਵੇ ਉਸ ਨੂੰ ਉਹੋ ਹੀ ਜੂਨ ਪਾਤਸ਼ਾਹ ਜੀ ਕਹਿੰਦੇ ਚੰਗੀ ਲੱਗਦੀ ਆ, ਛੱਡਣ ਨੂੰ ਜੀ ਨਹੀਂ ਕਰਦਾ। ਜੋ ਜੋ ਜੂਨੀ ਆਇਓ ਸੋ ਸੋ ਉਰਝਾਇਓ। ਜਿਹੜਾ ਵੀ ਜੂਨਾਂ ਵਿੱਚ ਆ ਗਿਆ ਉਹ ਇੱਥੇ ਹੀ ਉਲਝ ਕੇ ਰਹਿ ਗਿਆ। ਗੁਰੂ ਪਿਆਰਿਓ, ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਮਨੁੱਖਾ ਜਾਮਾ ਹੈ ਜਿਹੜਾ ਬੰਦਾ ਇਹਨੂੰ ਵੀ ਛੱਡਣ ਨੂੰ ਚਾਹੁੰਦਾ ਨਹੀਂ, ਪਰ ਮੌਤ ਤਾਂ ਆਉਂਦੀ ਹੈ ਨਾ। ਮੌਤ ਤੋਂ ਬਾਅਦ ਅਗਲੀ ਯਾਤਰਾ ਕਿੱਧਰ ਨੂੰ ਕਰਨੀ ਹੈ, ਕਿਉਂਕਿ ਮਰਦੇ ਤਾਂ ਹੈ ਨਹੀਂ ਆਪਾਂ। ਪੜਾ ਦਰ ਪੜਾ ਤੁਰੇ ਆ ਰਹੇ ਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਹੁਣ ਮਨੁੱਖ ਬਣੇ ਆ ਤੇ ਮਨੁੱਖ ਜਾਮੇ ਵੀ ਸਤਿਗੁਰੂ ਪਾਤਸ਼ਾਹ ਅਨੇਕਾਂ ਉਦਾਹਰਨਾਂ ਦੇ ਕੇ ਸਾਨੂੰ ਕਹਿੰਦੇ ਆ, ਭਲਿਆ ਨਿਕਲ ਇੱਥੋਂ, ਟੇਡੀਆਂ ਜੂਨਾਂ ਚੋਂ ਨਿਕਲ ਭਈ ਪ੍ਰਾਪਤ ਮਨੁੱਖ ਦੇ ਹੁਰੀਆ। ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਤੈਨੂੰ ਮਾਲਕ ਨਾਲ ਮਿਲਣ ਦਾ ਚਾਂਸ ਮਿਲਿਆ, ਸਮਾਂ ਮਿਲਿਆ, ਤਾਂ ਉਦੋਂ ਇਹ ਜੀਵ ਫਿਰ ਸੋਚੇ ਤਾਂ ਪਰਮੇਸ਼ਰ ਵਿੱਚ ਮਿਲ ਸਕਦਾ ਹੈ, ਨਹੀਂ ਤਾਂ ਫਿਰ ਪੌੜੀ ਛੁੜਕੀ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਪ੍ਰੀਤਮ ਜੀ ਕਹਿੰਦੇ ਭਲਿਆ ਇਸ ਸੰਸਾਰ ਸਮੁੰਦਰ ਚੋਂ ਨਿਕਲ ਜਾ। ਮੋਹ ਮਗਨ ਮੀਠ ਜੋਨ ਫਾਸੇ, ਟੇਡੀਆਂ ਜੂਨਾਂ ਵਿੱਚ ਭਟਕਦਾ ਹੋਇਆ, ਮੋਹ ਮਮਤਾ ਵਿੱਚ ਮਗਨ ਫਸਿਆ ਹੋਇਆ ਤੁਰਿਆ ਜਾ ਰਿਹਾ ਹੈ। ਪਾਤਸ਼ਾਹ ਜੀ ਅੱਗੇ ਲਿਖਦੇ ਆ, ਇਨ ਮਾਇਆ ਤ੍ਰੈ ਗੁਣ ਬਸ ਕੀਨੇ। ਇਸ ਮਾਇਆ ਨੇ ਰਜੋ ਗੁਣੀ ਮਾਇਆ, ਸਤੋ ਗੁਣੀ ਮਾਇਆ, ਤਮੋ ਗੁਣੀ ਮਾਇਆ, ਇਹ ਤਿੰਨ ਤਰ੍ਹਾਂ ਦੀ ਮਾਇਆ ਹੈ। ਇਹ ਤਿੰਨਾਂ ਗੁਣਾਂ ਵਿੱਚ ਦੁਨੀਆ ਵਰਤ ਰਹੀ ਹੈ, ਰਜ ਤਮ ਸਤ। ਤੇ ਅੱਗੇ ਚੌਥੀ ਵੀ ਹੈ ਪਰ ਉਹਨੂੰ ਕਿਸੇ ਨੇ ਸਮਝਿਆ ਹੀ ਨਹੀਂਗਾ। ਪਾਤਸ਼ਾਹ ਲਿਖਦੇ ਆ ਬਾਣੀ ਵਿੱਚ ਚਾਰਾਂ ਹੀ ਗੁਣਾਂ ਬਾਰੇ, ਰਜ ਤਮ ਸਤ ਕਲ। ਕਲ ਚੌਥਾ ਗੁਣ ਹੈ। ਤੇਰੀ ਮਾਇਆ, ਰਜ ਤਮ ਸਤ ਕਲ ਤੇਰੀ ਛਾਇਆ, ਚੌਥਾ ਗੁਣ ਪਰਮ ਪਦ ਪਾਇਆ। ਹੁਣ ਚੌਥਾ ਗੁਣ ਹੈ ਕਲ ਵਾਲਾ। ਇਹ ਸ਼ਬਦ ਨੂੰ ਜਿੱਥੇ ਅਸੀਂ ਰੋਜ਼ ਪੜ੍ਹਦੇ ਹਾਂ ਵਿਚਾਰਿਆ ਕਦੇ ਵੀ ਨਹੀਂਗਾ ਵੀ ਇਹ ਕਲ ਦਾ ਅਰਥ ਕੀ ਹੈ। ਵਾਜੇ ਪੰਜ ਸਬਦ ਤਿਤ ਘਰ ਸੁਭਾਗੈ, ਕਲਾ ਜਿਤ ਕਰ ਧਾਰੀ ਆ। ਜਿਸ ਨੇ ਉਸ ਕਲਾ ਨੂੰ ਜੀਵਨ ਵਿੱਚ ਧਾਰਨ ਕਰ ਲਿਆ ਉਹ ਟੇਢੀਆਂ ਜੂਨਾਂ ਚੋਂ ਨਿਕਲ ਜਾਣਗੇ, ਵੱਜਦੇ ਵਾਜੇ ਚੜ੍ਹਦੀ ਕਲਾ ਨਾਲ ਪਰਮੇਸ਼ਰ ਦੇ ਘਰ ਵੱਲ ਜਾਣਗੇ, ਜਿਨ੍ਹਾਂ ਨੇ ਇੱਥੇ ਰਹਿ ਕੇ ਇਸ ਗੱਲ ਨੂੰ ਸਮਝ ਲਿਆ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਹਨ, ਆਵਤ ਹੁਕਮ ਵਿਨਾਸ਼ ਹੁਕਮ, ਆਗਿਆ ਭਿੰਨ ਨਾ ਕੋਈ। ਆਵਣ ਜਾਣਾ ਤੇ ਮਿਟੈ, ਨਾਨਕ ਜਿਹ ਮਨ ਸੋਏ। ਪੌੜੀ ਇਹੋ ਜੀ, ਇਹੋ ਜੀ ਬਹੁਤ ਗਰਭ ਵਾਸੈ। ਈੜੀ ਦੇ ਉੱਤੇ ਪਾਤਸ਼ਾਹ ਜੀ ਇਹ ਗਿਆਨ ਦੇ ਰਹੇ ਆ ਸਾਨੂੰ ਈੜੀ ਅੱਖਰ ਤੇ।
एऊ जी बहुत गर्भ वासे, मोह मगन मीठ जोन फासे, इन माया त्रै गुण वस कीने। कोई रजोगुण विच है, रजोगुण विच अमीर लोक राजे लोक हुंदे आ, लोकां नूं ठगना लुटना। और गुरु प्यारिओ फिर ਉਹ ਚੋਂ थोड़ी जी माया किसी धर्म के काम ते ला करके लोकां तो वाह वाह खटनी, ये रजोगुणी आ, जिवें मलक भागो सी। इसे तरह ही गुरु प्यारिओ अगे हैगा तमो, तमां दे विच इकट्ठा करना, देना किसी नूं कौडी नहीं, देना किसी नूं पैसा नहीं। घरों तमां दा मतलब है लालची, ते लालच दे विच बंदा सब कुछ इकट्ठा करदा, कारों वांगों दिंदा नहीं किसी नूं 1 रुपया भी। वो तमो गुणी है ते सतो गुणी आलसी। इस तरह बैठा रहना, चल कोई नहीं आपे रब करूगा, ये भी गल ठीक नहीं है। आलसी होना भी चंगा नहीं है। पातशाह कहने आलसी नहीं बनना, अमृत वेले उठ के परमेश्वर का नाम जपना। जिस तरह बाबा बुढ़ा जी नूं जदों ब्रह्म ज्ञान हो गया, वड्डी उम्र हो गई, एक दिन सतगुरु कहने बुढ़िया नितनेम नहीं छड्डना, तू नितनेम करदा रहे। कहने बाबा जी कहने महाराज हुण तां तुसीं मैनूं ब्रह्म ज्ञानी बना दिता, ब्रह्म ज्ञान दे दिता, हुण मैनूं की लोड़ आ। पातशाह कहने तैनूं नहीं लोड़, क्योंकि तैनूं सिख संगतां ने वेखना है और तेरी रीस भी करनी आ। हुण तू जिहड़ा नितनेम करना है संगत वास्ते करना है। कहो सतनाम सी, इदों पहलां आपदे वास्ते कीता। भावें तू ब्रह्म ज्ञानी हो गया पर नितनेम नहीं छड्डना, क्योंकि सारे तेरे जीवन चों मार्ग दर्शन लैणगे। तो बाबा बुढ़ा जी ने भी एंड तक 5 बाणियां दे नितनेम नहीं छड्डे। गुरु प्यारिओ 6वें पातशाह जी तक रहे और इन्हां ने वड्डी उम्र बतीत की, लगभग 125 साल। और इन्नी जिंदगी विच अखीर तक नितनेम किया। भाव ये जीव दुनिया विच आया है, आवन जाना ते मिटै, नानक जे मन सोए, जिन्हां दे हिरदे विच हरि दे नाम दा वासा हो गया। बाबा बुढ़ा ही किसी दिन कहना सी आके गुरु नानक जी नूं बचपन में जदों पुछया, बूढ़े भाई तू रोज़ बड़ा सत्संग विच आके बहना, कहना जी मैनूं डर लगदा है। की डर लगदा है? कहना मैनूं ऐ डर लगदा है जिवें मौत मैनूं खा जावेगी। क्यों लगदा है? कहना बेबे ने अग मचाउण नूं कहा सी, मैं मोटियां लकड़ां लाईयां, अग ना लगी। बेबे ने आके अग मचाई ते निक्कियां बरीक घाह फूस लकड़ां ला के अग मचाई, तो पहला वो बरीक मच्छियां फिर मोटियां मच्छियां। बाबा जी कहने वाह बई सिखा की ना है तेरा? जी ना तो मेरा माँ प्यो ने बूढ़ा रखे। कहते बूढ़ा नहीं, तू तो इन्नियां सियाणियां गल्लां करदा, बुढ़ियां वालियां, तू तो बुढ़ा ही होया। तो उस दिन तो बाबे बुढ़े का नाम रखा गया। वो बाबा बुढ़ा फिर 125 साल जिंदगी सतगुरां दे समय 6वें जामे तक बतीत की है। इस करके ये संसार भावें आउंदा परमेश्वर दे हुक्म अंदर है, टेढ़ियां जूनां विच भी इहनूं परमेश्वर ही पाउंदा है, क्योंकि जैसा कर्म हुंदा उहदा फल दिंदा है। जिवें जज जजमेंट करके वकीलों तो गल्लां सुन के फैसला दे दिंदा, पर इत्थे परमेश्वर नूं वकीलां दी लोड़ नहीं है। वो तां आटोमैटिक ही सब दे हिरदे दियां जाणदा है, किहड़ा की करदा है, फिर अगे उसनूं उहे जिहा फल दिता जांदा है। जे माड़े कर्म कीते है तो फिर उसनूं सज़ा भुगताई जांदी आ। और गुरु प्यारो टेढ़ियां जूनां विच पैना भी एक सज़ा दी न्याई आ। सप्पां ठोहियां किरलियां दी जिहड़ी जून है जहर वाली, ये जहरी इन्हां नूं दुख कर दिंदा। इस तरह सूर दी जूनी भी गंदगी च रहना है। असल दे विच परमेश्वर ने इन्हां जीवां नूं सज़ा दित्ती हुई है जिन्हां ने परमेश्वर नूं याद नहीं कीता। पातशाह जी कहंदे एओ जी बहुत गर्भ वासे, मोह मगन मीठ जोन फासे, इन माया त्रै गुण वस कीने। ये तिन्ना गुणां दे उत्ते माया है, रजो तमो सतो, ते चौथा गुण है कल वाला। वाजे पांच छत घर सुभागे, कला जित कर धारी है।
ਉਹ ਕਲਾ ਜਾਂ ਉਹ ਕਲ ਜਿਹੜੀ ਹੈ ਸਾਨੂੰ ਗੁਰੂ ਕੋਲੋਂ ਮਿਲਦੀ ਹੈ। ਵੈਸੇ ਸਾਡੀਆਂ 10 ਕਲਾ ਹਨ, ਬੰਦੇ ਨੂੰ 16 ਕਲਾ ਬਣਾਇਆ। 16 ਕਲਾ ਜਿਸ ਬੰਦੇ ਵਿੱਚ ਆ ਗਈਆਂ ਉਹ ਸੰਪੂਰਨ ਮਨੁੱਖ ਬਣ ਗਿਆ। 16 ਕਲਾ ਸੰਪੂਰਨ ਫਲਿਆ। ਅਕਾਲ ਪੁਰਖ ਦੇ ਕੋਲ ਤਾਂ ਬੇਅੰਤ ਹੀ ਕਲਾ ਹਨ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਹੁਣ ਸਾਡੇ 9 ਦੁਆਰੇ ਆ, ਇਹ 9 ਕਲਾ ਹਨ ਸਾਡੀਆਂ। ਇਹਨਾਂ ਨੂੰ 5 ਕਰਮ ਇੰਦਰੀ, 5 ਇੰਦਰੀ, ਗਿਆਨ ਇੰਦਰੀ ਵੀ ਕਹਿ ਦਿੰਦੇ ਆ। ਇਹ 9 ਕਲਾ ਹਨ। ਪਰ ਇੱਕ ਜਿਹੜੀ ਕਲਾ ਹੈ ਗੁਰੂ ਪਿਆਰਿਓ ਮਨੁੱਖ ਦੇ ਅੰਦਰ, ਉਹ ਗੁਰੂ ਦੀ ਕਿਰਪਾ ਨਾਲ ਬਣਦੀ ਹੈ ਦੋਵਾਂ ਨੂੰ ਜੋੜ ਕੇ। 17ਵੀਂ ਕਲਾ ਗੁਰੂ ਬਣਾ ਕੇ ਦਿੰਦਾ। ਤੇ ਤੁਹਾਨੂੰ ਗੁਰਬਾਣੀ ਵਿੱਚੋਂ ਹੀ ਵੀ 17 ਹੀ ਘਰ ਲੱਭਣਗੇ। ਘਰ ਪਹਿਲਾ, ਘਰ ਦੂਜਾ, 17ਵੇਂ ਘਰ ਤੱਕ ਦੀ ਗੱਲ ਆਵੇਗੀ, ਉਦੋਂ ਗਾਹ ਨਹੀਂ ਆਵੇਗੀ। 18ਵਾਂ ਘਰ ਨਹੀਂ ਹੈਗਾ ਬਾਣੀ 'ਚ, ਕਿਉਂਕਿ ਬਾਣੀ ਸਾਡੇ ਸਰੀਰ ਤੇ ਲਿਖੀ ਗਈ ਹੈ। ਤਾਂ ਇਸ ਕਰਕੇ ਉਹ 17ਵੀਂ ਕਲਾ ਦੋਵਾਂ ਨੂੰ ਮਿਲਾ ਕੇ ਫਿਰ ਤੀਜੀ ਬਣਦੀ ਹੈ। ਜਿਵੇਂ ਹਾਈਡਰੋਜਨ ਤੇ ਆਕਸੀਜਨ ਮਿਲਾ ਕੇ ਤੀਜੀ ਵਸਤੂ ਪਾਣੀ ਬਣ ਜਾਂਦਾ, ਇਸੇ ਤਰ੍ਹਾਂ ਹੀ ਜਦੋਂ ਸਵਾਸ ਅਤੇ ਜੋਤ ਨੂੰ ਮਿਲਾਵਾਂਗੇ ਤਾਂ 17ਵੀਂ ਕਲਾ ਗਿਆਨ ਦੀ ਪੈਦਾ ਹੋਵੇਗੀ। ਕਹੋ ਸਤਨਾਮ ਸੀ। ਇਹ ਮਿਲਾਉਣਾ ਕਦੇ ਸਿੱਖਿਆ ਹੀ ਨਹੀਂ ਆਪਾਂ। ਅਸੀਂ ਸਮਾਂ ਲੰਘੀ ਜਾਂਦਾ, ਕਦੇ ਅੱਖਾਂ ਦੀ ਜੋਤ ਨੂੰ ਸਵਾਸਾਂ ਨਾਲ ਨਹੀਂ ਮਿਲਾਇਆ। ਜੇ ਤੁਸੀਂ ਕਹਿੰਦੇ ਹੋ ਨਿਤਨੇਮ ਕਰਦੇ ਆ, ਫੁਰਨੇ ਬੜੇ ਚੱਲਦੇ ਆ, ਸਿਮਰਨ ਕਰਦੇ ਆ, ਫੁਰਨੇ ਬੜੇ ਚੱਲਦੇ ਆ, ਤਾਂ ਇਹਨਾਂ ਫੁਰਨਿਆਂ ਨੂੰ ਖਤਮ ਕਰਨ ਦੇ ਲਈ ਇਹ ਜੁਗਤ ਗੁਰੂ ਨੇ ਬਖਸ਼ਿਸ਼ ਕੀਤੀ ਆ ਸਾਨੂੰ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜਿਹੜਾ ਪਾਣੀ ਜੰਮ ਕੇ ਬਰਫ਼ ਬਣ ਗਿਆ, ਦੁਖਦਾਈ ਹੋ ਗਿਆ। ਕਿਸੇ ਦੇ ਡਲਾ ਬਰਫ਼ ਦਾ ਮਾਰੋ ਪੀੜ ਲਾਵੇਗਾ, ਪਾਣੀ ਦਾ ਜੱਗ ਮਾਰੋ ਕੋਈ ਫਰਕ ਨਹੀਂ ਪੈਂਦਾ। ਇਹ ਪਾਣੀ ਪਹਿਲਾਂ ਹਵਾ ਸੀ, ਭਾਫ ਸੀ। ਭਾਫ ਠੰਡੀ ਹੋ ਕੇ ਪਾਣੀ ਬਣਿਆ, ਪਾਣੀ ਤੋਂ ਬਰਫ਼ ਬਣ ਗਈ ਆ। ਤੇ ਜਦੋਂ ਹੀ ਬਰਫ਼ ਦੇ ਉੱਤੇ ਸੂਰਜ ਦੀਆਂ ਕਿਰਨਾਂ ਪਈਆਂ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮੇ, ਪਾਣੀ ਸੀ, ਪਾਣੀ ਹੀ ਬਣ ਗਿਆ। ਜੇ ਹੋਰ ਵੀ ਗਰਮੀ ਉਹਦੇ ਉੱਤੇ ਪਈ ਜਾਵੇ, ਸੂਰਜ ਦੀ ਪਈ ਜਾਵੇ, ਤੇ ਪਾਣੀ ਤੋਂ ਵਾਪਸ ਸਟੀਮ ਬਣ ਗਿਆ, ਹਵਾ ਬਣ ਗਿਆ, ਤੇ ਹਵਾ ਬਣ ਕੇ ਆਕਾਸ਼ ਦੇ ਵਿੱਚ ਫੈਲ ਗਿਆ। ਭਾਵ ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਬਰਫ਼ ਦੁਆਰਾ ਪਾਣੀ ਬਣ ਜਾਂਦੀ ਹੈ, ਉਸੇ ਤਰ੍ਹਾਂ ਜੋਤੀ ਜੋਤ ਰਲੀ। ਜੋਤ ਅੱਖਾਂ ਵਿੱਚ, ਜੋਤੀ ਸਾਡਾ ਸਰੂਪ ਚਿਹਰਾ ਸੁਭਾਸ। ਜਦੋਂ ਇਹ ਵੀ ਦੋਨੇ ਇਕੱਠੇ ਹੋ ਗਏ ਤੇ 17ਵੀਂ ਕਲਾ ਪੈਦਾ ਹੋ ਗਈ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਤੇ ਇਹ ਜੀਵ ਪੂਰਾ ਹੋ ਕੇ ਪਰਮੇਸ਼ਰ ਵਿੱਚ ਮਿਲ ਗਿਆ। ਜਿਵੇਂ ਰਵਿਦਾਸ ਜੀ ਕਹਿੰਦੇ, ਮਹਾਰਾਜ ਬੜੇ ਜਨਮਾਂ ਤੋਂ ਵਿਛੜਿਆ, ਹੁਣ ਮੈਨੂੰ ਪੂਰਾ ਕਰ ਔਰ ਆਪਦੇ ਵਿੱਚ ਮਿਲਾਉਣਾ ਕਰ। ਸਮਾਪਤੀ ਵੱਲ ਹੋਈਏ। ਪ੍ਰੀਤਮ ਜੀ ਕਹਿੰਦੇ ਇਹ ਜੀਵ ਜਿਹੜਾ ਹੈ ਟੇਢੀਆਂ ਜੂਨਾਂ ਵਿੱਚ ਪੈਂਦਾ ਹੋਇਆ ਜਾ ਰਿਹਾ ਹੈ, ਪਰ ਜਿਹੜੀ ਜੂਨ ਵਿੱਚ ਜਾਂਦਾ ਹੈ ਉਹੀ ਜੂਨ ਇਹਨੂੰ ਚੰਗੀ ਲੱਗ ਜਾਂਦੀ ਹੈ। ਮੋਹ ਮਗਨ ਮੀਠ ਜੋਨ ਫਾਸੇ, ਇਨ ਮਾਇਆ ਤ੍ਰੈ ਗੁਣ ਵਸ ਕੀਨੇ। ਇਸ ਤਰ੍ਹਾਂ ਇਹਨਾਂ ਤਿੰਨਾਂ ਗੁਣਾਂ ਤੇ ਮਾਇਆ ਪੈਂਦੀ ਆ, ਕਲ ਵਾਲੇ ਗੁਣ ਤੇ ਮਾਇਆ ਨਹੀਂ ਪੈਂਦੀ। ਇੱਥੇ ਆ ਕੇ ਸਾਰੇ ਮਾਇਆ ਦੇ ਫੁਰਨੇ ਖਤਮ ਹੁੰਦੇ ਆ, ਪਰ ਜਿੰਨਾ ਚਿਰ ਸਵਾਸਾਂ ਤੇ ਨਹੀਂ ਆਉਂਦੇ, ਅਸੀਂ ਬਾਹਰ ਦੇਖਦੇ ਆ, ਉਹਨਾਂ ਚਿਰ ਸਾਡੇ ਅੰਦਰ ਤਿੰਨਾਂ ਗੁਣਾਂ ਦੀ ਮਾਇਆ ਪੈਂਦੀ ਰਹਿੰਦੀ ਆ। ਤਾਂ ਪਾਤਸ਼ਾਹ ਜੀ ਕਹਿੰਦੇ, ਇਨ ਮਾਇਆ ਤ੍ਰੈ ਗੁਣ ਵਸ ਕੀਨੇ, ਆਪਨ ਮੋਹ ਘਟੇ ਘਟ ਦੀਨੇ। ਸਾਰਿਆਂ ਵਿੱਚ ਇਸ ਮਾਇਆ ਨੇ ਆਪਣਾ ਹੀ ਪਸਾਰਾ ਕਰ ਲਿਆ। ਮੋਹ ਹੁੰਦਾ ਮੋਹ, ਉਸ ਮੋਹ ਨੂੰ ਆਪਣੇ ਹਿਰਦੇ ਵਿੱਚ ਸਭ ਦੇ ਵਸਾਤਾ ਹੈ। ਗੁਰੂ ਪਿਆਰਿਓ, ਮਾਤ ਪਿਤਾ ਭਰਾਤ ਤੇ ਗੋਜੀ ਰਾਖੀ, ਤਾਂ ਕਹਿ ਸੰਗਣ ਚੰਚਲ ਚਲੀਆ। ਗੁਰੂ ਪਿਆਰਿਓ, ਇੱਕ ਦੂਜੇ ਤੋਂ ਅਸੀਂ ਗੋਜੀ ਕਰਕੇ ਰੱਖਦੇ ਆ, ਮਾਇਆ ਨੂੰ ਲੁਕਾ ਕੇ ਰੱਖਦੇ ਆ ਵੀ ਮੈਂ ਇਹ ਮੇਰੀ ਆ, ਮੈਂ ਸੰਭਾਲ ਕੇ ਰੱਖਾਂ। ਛੋਟੇ ਜਿਹੇ ਬੱਚੇ ਨੂੰ ਵੀ ਕੋਈ ਰਿਸ਼ਤੇਦਾਰ 10 ਰੁਪਏ ਦੇ ਜੇ ਨਾ, ਤੇ ਮਾਂ ਕਿਉਂ ਪਿਓ ਕਹੇ ਵੀ ਲਿਆ ਪੁੱਤਾ ਮੈਨੂੰ ਦੇ ਲੈ, ਇਹ ਤਾਂ ਮੇਰੇ ਆ, ਮੈਨੂੰ ਦਿੱਤੇ ਆ। ਕੋਈ ਸਤਨਾਮ। ਬਚਪਨ ਤੋਂ ਹੀ ਇਸ ਮਾਇਆ ਨੇ ਐਸਾ ਪ੍ਰਭਾਵ ਬੰਦੇ ਤੇ ਪਾ ਦਿੱਤਾ ਹੈ ਕਿ ਐਂਡ ਤੱਕ ਇਹ ਪ੍ਰਭਾਵ ਬੰਦੇ ਦੇ ਦਿਮਾਗ ਤੋਂ ਲਹਿੰਦਾ ਨਹੀਂ। ਇਸ ਮਾਇਆ ਨੇ ਹਾਥੀ ਤੇ ਕਾਮ ਵਾਸ਼ਨਾ ਦਾ ਪ੍ਰਭਾਵ ਪਾਇਆ। ਜਿਹੜਾ ਹਾਥੀ ਕਿਸੇ ਦੇ ਕਾਬੂ ਨਹੀਂ ਆ ਸਕਦਾ, ਪਰ ਕਾਮ ਵਾਸ਼ਨਾ ਦੇ ਇਸ ਔਗਣ ਕਰਕੇ
ਉਹ ਇੱਕ ਡੂੰਘੇ ਟੋਹੇ ਵਿੱਚ ਡਿੱਗ ਪਿਆ। ਸ਼ਿਕਾਰੀਆਂ ਨੇ ਫੜਨ ਵਾਸਤੇ ਕਾਗਜ਼ ਦਾ ਇੱਕ ਪੁਤਲਾ ਬਣਾਇਆ ਹਾਥੀ ਵਰਗਾ, ਤੇ ਹਾਥੀ ਸੋਚਦਾ ਸ਼ਾਇਦ ਉਹ ਹਥਨੀ ਖੜੀ ਆ। ਇਸ ਵਾਸ਼ਨਾ ਕਰਕੇ ਉਹਦੇ ਕੋਲ ਆਉਂਦਾ, ਉਹ ਕਾਗਜ਼ ਦੀ ਹੁੰਦੀ ਆ। ਵੱਡੀ ਡੱਗੀ ਟੋਹਾ ਪੱਟ ਕੇ ਉੱਤੇ ਕੱਚੀ ਛੱਤ ਪਾ ਕੇ ਉੱਤੇ ਰੱਖੀ ਹੁੰਦੀ ਆ, ਪਰ ਹਾਥੀ ਦਾ ਵੇਟ ਹੈ ਜਿਹੜਾ ਉਹ ਬਣਾ ਮੂੰਹੀ ਹੈ। ਜਦੋਂ ਇਹ ਪੈਰ ਧਰਦਾ ਉਹ ਕੱਚੀ ਛੱਤ ਟੁੱਟ ਜਾਂਦੀ ਹੈ, ਫਿਰ ਟੋਹੇ 'ਚ ਡਿੱਗ ਪੈਂਦਾ ਤੇ ਮੁੜ ਕੇ ਫਿਰ ਕਈ ਮਹੀਨੇ ਉਹਨੂੰ ਟੋਹੇ 'ਚੋਂ ਕੱਢਦੇ ਨਹੀਂ। ਭੁੱਖਾ ਮਰਦਾ, ਕਮਜ਼ੋਰ ਹੋ ਜਾਂਦਾ, ਫਿਰ ਉਹ ਮੁਹਾਬਤ ਦੀ ਕੁੰਡੀ ਥੱਲੇ ਆ ਜਾਂਦਾ। ਕੋਈ ਸਤਨਾਮ ਸੀ। ਇਸੇ ਤਰ੍ਹਾਂ ਮੱਛੀ ਨੂੰ ਚੱਟਣ ਦੀ ਮਾਇਆ ਹੈ, ਮਿਰਗ ਨੂੰ ਘੰਡੇ ਹੇੜੇ ਦੀ ਆਵਾਜ਼ ਸੁਣਨ ਦੀ ਮਾਇਆ ਹੈ, ਪਤੰਗੇ ਨੂੰ ਦੀਵੇ ਦੀ ਲਾਟ ਵੇਖਣ ਦੀ ਮਾਇਆ ਹੈ। ਇਹਨਾਂ ਸਾਰੇ ਜੀਵਾਂ ਨੂੰ ਇੱਕ ਇੱਕ ਔਗਣ ਨੇ ਮਾਰ ਲਿਆ। ਜਿਹਦੇ ਬੰਦੇ ਵਿੱਚ 5 ਔਗਣ ਹੋਣਗੇ ਉਹ ਕਿਵੇਂ ਬਚੂਗਾ ਬਈ? ਇਸ ਕਰਕੇ ਬਾਬਾ ਜੀ ਕਹਿੰਦੇ ਆਓ, ਇਸ ਮਾਇਆ ਨੇ ਸਾਰਿਆਂ ਉੱਤੇ ਆਪਣਾ ਪ੍ਰਭਾਵ ਪਾਇਆ ਹੋਇਆ। ਕਬੀਰ ਸਾਹਿਬ ਜੀ ਕਹਿੰਦੇ ਮੇਰੇ ਤੇ ਵੀ ਆਈ ਸੀ। ਕਬੀਰਾ ਆਈ ਮੁਝੇ ਪੈ ਅਨ ਕਰੇ ਕਰ ਭੇਸ, ਹਮ ਰਾਖੇ ਗੁਰੇ ਆਪਣੇ ਉਨ ਕੀਨੋ ਆਦੇਸ਼। ਮੈਨੂੰ ਤਾਂ ਗੁਰੂ ਨੇ ਬਚਾ ਲਿਆ, ਮੈਂ ਤਾਂ ਉਹਨੂੰ ਦੂਰੋਂ ਹੀ ਮੱਥਾ ਟੇਕਦਾ ਵੀ ਜਾ, ਮੈਨੂੰ ਤੇਰੀ ਲੋੜ ਨਹੀਂ। ਕਹਾਣੀ ਆਪ ਜਾਣਦੇ। ਉਹ ਮਾਇਆ ਹੀ ਭਗਤ ਜੀ ਨੂੰ ਡਲਾਉਣ ਆਈ ਸੀ, ਜਿਹੜੀ ਕਹਿੰਦੀ ਸੀ ਮੇਰੀ ਟਾਹਣੀ ਪਹਿਲਾਂ ਬੁਣ ਦੇ। ਕਬੀਰ ਸਾਹਿਬ ਕਹਿੰਦੇ ਉਹ ਕਿੱਲੀ ਪਿੱਛੇ ਖਾਲੀ ਪਈ ਆ, 6-7 ਟਾਹਣੀਆਂ ਕਿੱਲੀਆਂ ਤੇ ਟੰਗੀਆਂ ਪਈਆਂ ਨੇ। ਤਾਂ ਗੁਰੂ ਪਿਆਰਿਓ ਇਹਦੀ ਤਾਣੀ ਨੂੰ ਪਿਛਲੀ ਖਾਲੀ ਕਿੱਲੀ ਟੰਗਣ ਲਈ ਕਿਹਾ। ਕਹਿੰਦੀ ਨਹੀਂ ਨਹੀਂ, ਮੈਥੋਂ ਪੈਸੇ ਜਿੰਨੇ ਮਰਜ਼ੀ ਲੈ ਲਾ। ਪੈਸੇ ਵਾਲਾ ਬੰਦਾ ਇੱਦਾਂ ਹੀ ਕਹਿੰਦਾ ਨਾ, ਉੱਥੇ ਮਾਇਆ ਦਾ ਪ੍ਰਭਾਵ ਹੁੰਦਾ ਅਸਲ ਵਿੱਚ। ਪੈਸੇ ਜਿੰਨੇ ਮਰਜ਼ੀ ਲੈ ਲਾ, ਪਹਿਲਾਂ ਮੇਰਾ ਕੰਮ ਕਰ ਦੇ। ਕਬੀਰ ਸਾਹਿਬ ਕਹਿੰਦੇ ਨਾ, ਮੈਂ ਨੰਬਰਵਾਰ ਹੀ ਕਰੂੰਗਾ, ਮੇਰਾ ਵੀ ਮਕਸਦ ਹੈ ਕੋਈ। ਨਾ ਮੰਨੀ। ਕਬੀਰ ਸਾਹਿਬ ਨੇ ਵੇਖਿਆ ਵੀ ਇਹ ਅਸਲ 'ਚ ਮਾਇਆ ਦਾ ਪ੍ਰਭਾਵ ਪਾਉਣਾ ਚਾਹੁੰਦੀ ਆ ਮੇਰੇ ਉੱਤੇ। ਕਹਿੰਦੇ ਚੰਗਾ ਫਿਰ ਬੁਣ ਦਿੰਨੇ। ਉਹ ਕਮਾਲਿਆ ਇੱਥੋਂ ਕਰਦ ਲਿਆਈ ਚੱਕ ਕੇ। ਕਹਿੰਦੇ ਭਾਈ ਕਮਾਲਾ ਉਹਨਾਂ ਦਾ ਪੁੱਤਰ ਅੰਦਰੋਂ ਕਰਦ ਫੜਾ ਗਿਆ। ਉਹਨੂੰ ਪੱਥਰ ਤੇ ਘਸਾਉਣ ਲੱਗੇ, ਕਦੇ ਉੱਧਰੋਂ ਕਦੇ ਉੱਧਰੋਂ, ਬਾਰ-ਬਾਰ ਰਗੜੀ ਜਾਂਦੇ ਆ। ਹੁਣ ਮਾਈ ਦਾ ਜਿਹੜਾ ਸੀ ਗੁਰੂ ਪਿਆਰੋ ਧੀਰਜ ਹੱਲ ਗਿਆ। ਕਹਿੰਦੀ ਵੱਢ ਦਿਓ ਹੁਣ। ਉਹਦਾ ਖਿਆਲ ਸੀ ਕਰ ਤਿੱਖੀ ਕਰਕੇ ਤਾਣੀ ਚੜੀ ਹੋਈ ਆ, ਉਹਨੂੰ ਵੱਢ ਕੇ ਲਾ ਦੂਗਾ ਤੇ ਪੈਸੇ ਕਰਕੇ ਮੈਨੂੰ ਜਿਹੜਾ ਹੈ ਮੇਰੀ ਤਾਣੀ ਚੜਾ ਲਵੇਗਾ। ਜੇ ਲਾਲਚ ਵਿੱਚ ਆ ਕੇ ਕਬੀਰ ਚੜਾ ਲੈਂਦਾ ਤੇ ਮੈਂ ਰੱਬ ਨੂੰ ਕਹਾਂਗੀ ਆ ਵੇਖ ਤੇਰੇ ਭਗਤ ਨੂੰ ਮੈਂ ਠੱਗ ਲਿਆਂਦਾ। ਕੋ ਸਤਨਾਮ ਸੀ। ਪਰ ਜਦੋਂ ਕਿਹਾ ਵੱਢ ਵੀ ਦਿਓ ਹੁਣ, ਤਾਂ ਫੜ ਕੇ ਨਾਲੇ ਕੰਨ ਵੱਢ ਤੇ ਨਾਲੇ ਨੱਕ ਵੱਢ। ਤਾਂ ਫਿਰ ਭੱਜੀ। ਨਾਕੋ ਕਾਟੀ ਕਾਨੋ ਕਾਟੀ, काट कूट के दारी, कहो कबीर संतन की बैरन, 3 लोक की प्यारी। तिन्ना लोकां ते इहदा प्रभाव है, पर भगत इस नूं नेड़े नहीं लगन दिंदे। प्रीतम जी कहंदे मोह मगन मीठ जोन फासे, इन माया त्रै गुण वस कीने, आपन मोह घटै घट दीने। सारियां दे हिरदे विच इहने अपना प्रभाव पा छड्डिया। इह साजन कुछ कहो उपाया। आओ गुरु अगे बेनती करिए। गुरु अर्जन देव जी कहते आओ सज्जन मित्र प्यारे, गुरु दे अगे इयों बेनती करिए। महाराज कृपा करो, कोई जोगर दसो, कोई उपा दसो। जां ते तरो विखमे माया, तां ते इस माया दे प्रभाव चों मैं निकल जावां। जिहड़ी विखम बड़ी भयानक है, जहरीली है, दुखदाई है। तां गुरु पातशाह कहते सिखा इको ही जुगत है मेरे कोल, कर किरपा सतसंग मिलाए। सत्संग भी जाके बैठिया कर, संगत भी जाके बैठिया कर, उत्थे ही तेरा भला हो सकता है। कर किरपा सतसंग मिलाए, तां कह निकट नानक, तां कह निकट न माए। उन्हां ते इस माया का प्रभाव नहीं पैंदा। वो जीव अखीर परमेश्वर में मिल जाता है। फिर की करने, साडे किरत कर्म भी चंगे होण। अगले श्लोक विच पातशाह कहंदे आ किरत कमावन शुभ अशुभ, कीने तिन प्रभ आप। ये जीव नूं पैदा कीता है, भेजिया तां चंगे काम करन लई सी, पर इत्थे चंगे ते माड़े भी करदा है। परमेश्वर कहना फिर चंगा जो मर्जी कर, अगे हिसाब किताब तो मैं ही करना ना। करमी आपो अपनी
के नेड़े के दूर, जेहो जे कर्म कहेगा ओहे जा फल पावेगा। कातिक कर्म कमावने दोष न काहू, जोग परमेश्वर ते भुलिया व्यापन सभे रोग। किरत कर्म के बिछड़े कर किरपा बेलो राह, माड़ियां किरता माड़े कम्मा करके असी मालक तो विछड़े हाँ। ਉਹਦੇ ਅੱਗੇ ਬੇਨਤੀ ਕਰੀਏ। ਮੇਰੇ ਪ੍ਰੀਤਮ ਜੀ ਕਹਿੰਦੇ ਕਿਰਪਾ ਕਰੋ ਕੋਈ ਉਪਾਅ ਕਰੋ ਮਹਾਰਾਜ, ਤਾਂ ਕਿ ਅਸੀਂ ਸੰਸਾਰ ਸਮੁੰਦਰ ਚੋਂ ਨਿਕਲ ਜਾਈਏ। ਇਹ ਸਾਜਨ ਕਛ ਕਹੋ ਉਪਾਇਆ, ਜਾਂ ਤੇ ਤਰੋ ਬਿਖਮੇ ਮਾਇਆ। ਕਰ ਕਿਰਪਾ ਸਤ ਸੰਗ ਮਿਲਾਏ, ਨਾਨਕ ਤਾਂ ਕਹਿ ਨਿਕਟ ਨਵਾਏ। ਇਉਂ ਨਿਕਲ ਸਕਦਾ, ਨਹੀਂ ਤਾਂ ਫਿਰ ਜਿਹੋ ਜੀ ਕਿਰਤ ਕਰੇਗਾ ਉਹੇ ਜਿਹਾ ਫਲ ਮਿਲੂਗਾ। ਅਗਲਾ ਸ਼ਲੋਕ ਇਸੇ ਵਿਸ਼ੇ ਤੇ ਹੈ। ਕਿਰਤ ਕਮਾਵਨ ਸ਼ੁਭ ਅਸ਼ੁਭ, ਕੀਨੇ ਤਿਨ ਪ੍ਰਭ ਆਪ। ਪਸ ਆਪਣ ਹਉ ਹਉ ਕਰੇ। ਇੱਥੇ ਪਸ਼ੂ ਤਾਂ ਮੈਂ ਨਹੀਂ ਕਰਦਾ, ਬੰਦਾ ਹੀ ਕਰਦਾ। ਮੈਂ ਮੇਰਾ, ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ, ਕਿੰਨੀਆਂ ਫੜਾਂ ਮਾਰਦਾ। ਇਹ ਹੁੰਦਾ ਉਹ ਹੈ ਜੋ ਪਰਮੇਸ਼ਰ ਕਰਦਾ ਹੈ। ਇਸ ਕਰਕੇ ਬੰਦਾ ਤਾਂ ਬਹੁਤ ਕੁਝ ਕਰਦਾ। ਬੰਦਾ ਤਾਂ ਰਾਤ ਨੂੰ ਸਾਰਿਆਂ ਨੂੰ ਇਹ ਸੋਚ ਕੇ ਪੈਂਦਾ ਕਿ ਤੜਕੇ ਨੂੰ ਮਰ ਜਾਣਗੇ, ਮਾਰ ਦੇਵਾਂਗਾ। ਪਰ ਆਪਣ ਕੀਆ ਕਛੁ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜੋ ਪਰਮੇਸ਼ਰ ਕਰਦਾ ਉਹੀ ਹੁੰਦਾ। ਮੇਰੇ ਪ੍ਰੀਤਮ ਜੀ ਕਹਿੰਦੇ ਆਓ ਉਸ ਅੱਗੇ ਬੇਨਤੀ ਕਰੀਏ। ਤੇ ਜਦ ਬੇਨਤੀ ਕੀਤੀ ਤੇ ਗੁਰੂ ਕਹਿੰਦਾ ਸਤਸੰਗ ਵਿੱਚ ਆਇਆ ਕਰ, ਜੋ ਕਬੀਰ ਸਾਹਿਬ ਨੇ ਕਿਹਾ ਸੀਗਾ। ਕਰ ਕਿਰਪਾ ਸਤਸੰਗ ਮਿਲਾਏ। ਜਦੋਂ ਮੈਂ ਸਤਸੰਗ ਵਿੱਚ ਆਉਣ ਲੱਗਿਆ ਤਾਂ ਕਿਰਪਾ ਹੋਈ, ਨਾਨਕ ਤਾਕੈ ਨਿਕਟ ਨਾ ਮਾਏ। ਉਹਨਾਂ ਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਪਰ ਜਿਹੜੇ ਨਹੀਂ ਆਉਂਦੇ ਉਹ ਪਸ਼ੂ ਹਨ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਪਸ ਇਹ ਪਸ਼ੂ ਆਪਨ ਮੇਰਾ ਮੇਰਾ ਹਉ ਹਉ ਮੈਂ ਕਰਦਾ ਮਰ ਜਾਂਦਾ ਹੈ। ਨਾਨਕ ਬਿਨ ਹਰ ਕਹਾਂ ਕਮਾਤ। ਸਭ ਤੋਂ ਵੱਡੀ ਕਮਾਈ ਸਾਡੀ ਸਵਾਰਥੀ ਹੋਣਾ, ਨਾਮ ਜਪਣਾ ਹੈ। ਸਵੈ ਅਰਥ ਆਪਦੇ ਵਾਸਤੇ, ਬਾਕੀ ਸਭ ਤਾਂ ਸੰਸਾਰ ਵਾਸਤੇ ਕਰਦੇ ਹਾਂ। ਇਹ ਸ਼ਬਦ ਦੇ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।